ਅੰਦਰ ਸੁਲੀ ਖਾਨ ਦਾ ਕੋਈ ਡਰ ਨਹੀਂ। ਇਹ ਸੋਚ ਕੇ ਬੜਾ ਚਿੰਤਾ ਜੀ ਦੇ ਵਿੱਚ, ਫਿਕਰ ਜੇ ਦੇ ਵਿੱਚ ਜਿਹੜਾ ਸੰਦੇਸ਼ ਵਾਹਕ ਹਰਕਾਰਾ ਪਹੁੰਚਿਆ ਸੀ, ਉਹਨੂੰ ਸੁਲੀਹ ਖਾਂ ਇਹ ਗੱਲ ਆਖਣ ਲੱਗਾ, ਤਿਸਕੇ ਸਾਥ ਬਾਗਿਆਸ ਬੋਲਾ। ਉਹਨੂੰ ਇਸ ਤਰੀਕੇ ਨਾਲ ਸੰਦੇਸ਼ ਵਾਹਕ ਹਰਕਾਰੇ ਨੂੰ ਇਹ ਗੱਲ ਆਖਦਾ ਹੈ, ਮੁਝ ਦਿਸਤੇ ਕਉ ਸਕਲ ਆਨੰਦ। ਕਿ ਮੇਰੇ ਮਿੱਤਰ ਪ੍ਰਿਥੀਏ ਨੂੰ ਦੱਸ ਦਿਓ ਕਿ ਇੱਧਰ ਤੇਰਾ ਮਿੱਤਰ ਸੁਲੀਹ ਖਾਂ ਬੜੇ ਆਨੰਦ ਵਿੱਚ ਹੈ, ਬੜਾ ਖੁਸ਼ ਹੈ। ਕਹਾਂ ਭਿਓ ਜੇ ਵਿਆਹਿਓ ਨੰਦ। ਕੋਈ ਪਰਵਾਹ ਨਾ ਕਰ, ਜੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪੁੱਤਰ ਦਾ ਆਨੰਦ ਕਾਰਜ ਕਰ ਵੀ ਲਿਆ ਹੈ ਤੇ ਫਿਰ ਕੋਈ ਬਹੁਤੀ ਵੱਡੀ ਗੱਲ ਨਹੀਂ, ਤੂੰ ਪਰਵਾਹ ਨਾ ਕਰਨਾ ਕਰ। ਇਤ ਆਮੋ ਆਗਿਆ ਲੈ ਸ਼ਾਹੂ। ਤੇ ਪ੍ਰਿਥੀ ਚੰਦ ਨੂੰ ਇਹ ਗੱਲ ਦੱਸਣ ਵਾਸਤੇ ਹਰਕਾਰੇ ਨੂੰ ਕਹਿੰਦਾ ਕਿ ਮੇਰੇ ਵੱਲੋਂ ਇਹ ਸੁਨੇਹਾ ਦੇਵੀਂ ਕਿ ਮੈਂ ਬਹੁਤ ਜਲਦੀ ਇੱਧਰ ਦਿੱਲੀ ਦੀ ਸਲਤਨਤ ਦੇ ਕੋਲੋਂ, ਮੁਗਲ ਹਾਕਮਾਂ ਦੇ ਕੋਲੋਂ ਆਗਿਆ ਲੈ ਕਰਕੇ ਬਹੁਤ ਜਲਦੀ ਪੰਜਾਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਦੇ ਅਸਥਾਨਾਂ ਤੇ ਹਮਲਾ ਕਰਨ ਵਾਸਤੇ ਜਲਦੀ ਆਵਾਂਗਾ। ਗੁਰ ਗਹਿ ਬੇਕੋ ਨਿਤ ਉਤਸ਼ਾਹੂ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਬੜਾ ਮੇਰੇ ਮਨ ਵਿੱਚ ਚਾਅ ਹੈ, ਇਸ ਕਰਕੇ ਮੈਂ ਬਹੁਤ ਜਲਦੀ ਫੌਜ ਲੈ ਕੇ, ਹਕੂਮਤ ਦਿੱਲੀ ਦੇ ਹਾਕਮਾਂ ਕੋਲੋਂ ਫੌਜ ਲੈ ਕੇ ਬਹੁਤ ਜਲਦੀ ਚੱਲ ਕੇ ਆਵਾਂਗਾ। ਚੰਦੂ ਬਿਨ ਮੈਂ ਹੀ ਲਿਓ ਮਾਰ। ਤੇ ਜਿਹੜਾ ਚੰਦੂ ਸ਼ਾਹ ਸਰਕਾਰੀ ਅਹਿਲਕਾਰ ਸੀ, ਕਹਿੰਦੇ ਉਸ ਵਕਤ ਬਾਬਾ ਪ੍ਰਿਥੀ ਚੰਦ ਨੇ ਗੱਲ ਕਹੀ ਸੀ ਕਿ ਹੁਣ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਉਹ ਵੀ ਤੁਹਾਡਾ ਸਾਥ ਦੇਵੇਗਾ। ਪਰ ਸੁਲੀਹ ਖਾਂ ਅੱਗੋਂ ਇਹ ਗੱਲ ਆਖਦਾ ਹੈ ਕਿ ਚੰਦੂ ਦੀ ਵੀ ਕੋਈ ਗੱਲ ਨਹੀਂ, ਮੈਂ ਉਸ ਤੋਂ ਬਿਨਾਂ ਹੀ ਇਹ ਕੰਮ ਕਰ ਲਵਾਂਗਾ, ਮੈਂ ਆਪ ਹੀ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਫੜ ਸਕਦਾ ਹਾਂ, ਭਾਵ ਖਤਮ ਕਰ ਸਕਦਾ ਹਾਂ। ਜੈਸੇ ਡਸੈ ਅਚਾਨਕ ਮਾਰ। ਇਹ ਮਾੜੇ ਬੋਲ, ਇਹ ਮੰਦੇ ਭਾਵ ਜਿਹੜੇ ਸੁਲੀਹ ਖਾਨ ਦੇ ਮਨ ਵਿੱਚ ਨੇ ਕਿ ਜਿਵੇਂ ਅਚਾਨਕ ਕਿਸੇ ਨੂੰ ਸੱਪ ਡੰਗ ਲਵੇ ਜ਼ਹਿਰੀਲਾ, ਤੇ ਜ਼ਹਿਰੀਲੇ ਸੱਪ ਦੇ ਡੰਗਣ ਤੋਂ ਜਿਵੇਂ ਕੋਈ ਬਚ ਨਹੀਂ ਸਕਦਾ, ਕਹਿੰਦਾ ਮੈਂ ਵੀ ਇਹੋ ਜਿਹਾ ਜ਼ਹਿਰੀਲਾ ਸੱਪ ਹਾਂ ਕਿ ਜਿਹੜਾ ਅਚਾਨਕ ਹੀ ਜਾ ਕਰਕੇ ਗੁਰੂ ਅਰਜਨ ਸਾਹਿਬ ਤੇ ਇਸ ਤਰ੍ਹਾਂ ਹਮਲਾ ਕਰੇਗਾ। ਧੀਰ ਧਰੋ ਆਇਓ ਮੁਝ ਜਾਨ। ਬਾਬਾ ਪ੍ਰਿਥੀ ਚੰਦ ਜੀ ਨੂੰ ਇਸ ਤਰ੍ਹਾਂ ਹੌਸਲਾ ਦਿੰਦਾ ਹੈ ਕਿ ਧੀਰਜ ਰੱਖੋ, ਪਰੇਸ਼ਾਨ ਨਾ ਹੋਵੋ, ਘਬਰਾਇਓ ਜੇ ਨਾ। ਮੈਨੂੰ ਤੇ ਹੁਣ ਤੁਸੀਂ ਕੁਝ ਦਿਨਾਂ ਦੇ ਵਿੱਚ ਆਪਣੇ ਕੋਲ ਆਇਆ ਹੀ ਜਾਣ ਨਾ ਕਰੋ ਕਿ ਮੈਂ ਬਹੁਤ ਜਲਦ ਹੁਣ ਤੁਹਾਡੇ ਕੋਲ ਛੇਤੀ ਪਹੁੰਚ ਜਾਵਾਂਗਾ। ਕਰੂੰ ਕਾਜ ਸੁਨ ਸਖਾ ਸੁਜਾਨ। ਇਹ ਮੇਰੇ ਸੂਝਵਾਨ ਸਖਾ, ਮੇਰੇ ਮਿੱਤਰ, ਤੂੰ ਆਪਣੇ ਕੰਮ ਦੀ ਕੋਈ ਫਿਕਰ ਨਾ ਕਰ, ਜਿਹੜਾ ਤੇਰਾ ਕੰਮ ਹੈ ਮੇਰਾ ਕੰਮ ਹੈ, ਇਸ ਕਰਕੇ ਤੇਰਾ ਕੰਮ ਮੈਂ ਆਪ ਆ ਕੇ ਕਰਾਂਗਾ। ਖੇਚਤ ਦਿਨ ਮੈਂ ਦੇਖੋਂ ਆਈ। ਬਸ ਥੋੜੇ ਕੁ ਦਿਨ ਤੂੰ ਉਡੀਕ ਕਰ, ਪਰ ਥੋੜੇ ਦਿਨਾਂ ਦੇ ਵਿੱਚ ਵੇਖ ਮੈਂ ਤੇਰੇ ਕੋਲ ਬਹੁਤ ਜਲਦੀ ਪਹੁੰਚ ਰਿਹਾ ਹਾਂ। ਅਰਜਨ ਹੱਥ ਦਹਿਉ ਗੁਰ ਆਈ। ਆਪਣੇ ਮੰਦੇ ਬੋਲਾਂ ਨਾਲ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਤੱਖ ਹਰ ਦੇ ਪ੍ਰਤੀ ਇਹੋ ਜਿਹੇ ਬੋਲ ਕਿ ਉਹਨਾਂ ਨੂੰ ਮਾਰ ਕੇ ਮੈਂ ਤੈਨੂੰ ਗੁਰਿਆਈ ਦੇ ਦਿਆਂਗਾ, ਭਾਵ ਇਹ ਸਾਰਾ ਕੁਝ ਤੇਰੇ ਹਵਾਲੇ ਕਰ ਦਿਆਂਗਾ। ਕੌਣ ਜਾਣਦਾ ਹੈ ਕਿ ਇਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਨੇ। ਨਿਰੰਕਾਰ ਪਰਮੇਸ਼ਰ ਦੇ ਦਰੋਂ ਕਰੋ, ਜਿਹਨੂੰ ਮਾਲਕ ਚਾਹੁੰਦਾ ਹੈ ਉਹਨੂੰ ਇਹ ਵਡਿਆਈਆਂ ਮਿਲਦੀਆਂ ਨੇ। ਕਿਸੇ ਹਾਕਮਾਂ ਦੀ ਦਿੱਤੀ ਹੋਈ ਇਹ ਵਡਿਆਈ ਨਹੀਂ, ਇਹ ਕੋਈ ਪਦਵੀ ਨਹੀਂ ਕਿ ਕੋਈ ਰਾਜਾ ਜਾਂ ਬਾਦਸ਼ਾਹ ਆ ਕਰਕੇ ਉਸ ਪਦਵੀ ਤੇ ਬਿਠਾ ਦੇਵੇ। ਇਹੀ ਗੱਲ ਬਾਬੇ ਪ੍ਰਿਥੀ ਚੰਦ ਨੂੰ ਭੁੱਲ ਗਈ ਸੀ। ਉਹ ਗੁਰੂ ਕੇ ਦਰ ਦੀਆਂ ਵਡਿਆਈਆਂ ਨੂੰ ਭੁਲਾ ਕੇ ਮਾਇਆ ਨੇ ਉਹਦੇ ਮੁਖ ਤੇ, ਉਹਦੇ ਅੱਖਾਂ ਤੇ ਪਰਦਾ ਪਾਇਆ ਸੀ, ਜਿਸ ਕਰਕੇ ਉਹ ਹਾਕਮਾਂ ਦੀ ਸ਼ਰਨ ਲੈ ਕਰਕੇ ਬੈਠਾ ਸੀ। ਇੱਧਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪ੍ਰਤੀ ਇਹੋ ਜਿਹੀਆਂ ਕੁਟਲ ਚਾਲਾਂ ਪ੍ਰਿਥੀ ਚੰਦ ਬਾਬਾ ਸੁਲੀਹ ਖਾਨ ਦੇ ਨਾਲ ਮਿਲ ਕੇ ਚੱਲ ਰਿਹਾ ਹੈ। ਤਬ ਮੇਰੇ ਮਨ ਉਪਜੈ ਸ਼ਾਂਤੀ। ਕਿ ਜਦੋਂ ਇਹ ਪ੍ਰਿਥੀ ਚੰਦ, ਜਦੋਂ ਮੈਂ ਤੈਨੂੰ ਗੁਰਗੱਦੀ ਦਵਾ ਦਿਆਂਗਾ, ਸੁਲੀਹ ਖਾਂ ਆਖਦਾ ਫਿਰ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਹੋਏਗੀ। ਜਬ ਤੇਰੇ ਸ਼ਤਰੂ ਹੋਏ ਸ਼ਾਂਤੀ। ਅਸਲ ਵਿੱਚ ਮੇਰਾ ਮਨ ਸ਼ਾਂਤ ਉਦੋਂ ਹੀ ਹੋਏਗਾ ਜਦੋਂ ਤੇਰੇ ਸ਼ਤਰੂ, ਅਸਲ ਦੇ ਵਿੱਚ ਉਹਨਾਂ ਨੂੰ ਮੈਂ ਸ਼ਾਂਤ ਕਰ ਲਵਾਂ, ਖਤਮ ਕਰ ਲਵਾਂ। ਹਿਮ ਲਿਖ ਕਰ ਦੀਨ ਕਰ ਪਾਤੀ। ਇਸ ਤਰੀਕੇ ਨਾਲ ਸਾਰੀਆਂ ਗੱਲਾਂ ਲਿਖਤ ਦੇ ਵਿੱਚ ਵੀ ਲਿਖ ਕਰਕੇ ਇੱਕ ਚਿੱਠੀ ਜਿਹੜੀ ਸੀ ਤਿਆਰ ਕਰਕੇ ਉਹ ਜਿਹੜਾ ਹਰਕਾਰਾ ਲੈ ਕੇ ਆਇਆ ਸੀ ਉਹਦੇ ਹੱਥ ਵਿੱਚ ਫੜਾਉਣੀ ਕੀਤੀ। ਲਖੈ ਨਾ ਮੂਰਖ ਆਪਨ ਨਿਪਾਤੀ। ਪਰ ਉਹ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਸੁਲੀਹ ਖਾਨ ਜਿਹੜਾ ਸੀ ਇਹ ਜਾਣਦਾ ਨਹੀਂ ਸੀ ਕਿ ਮੈਂ ਗੁਰੂ ਘਰ ਦਾ ਨੁਕਸਾਨ ਕਰਨ ਦੀ ਵਿਉਂਤ ਸੋਚ ਰਿਹਾ।
ਇਹ ਤੇ ਉਹ ਨਗਰੀ ਹੈ ਜਿਸ ਨਗਰੀ ਬਾਲ ਕੋਈ ਭਾਵਨਾ ਲੈ ਕੇ ਜਾਵੇ ਉਹਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ। ਨਿਮਰਤਾ ਦੇ ਨਾਲ ਜਾਵੇ ਉਹ ਇਸ ਦਰ ਤੋਂ ਸ਼ਹਿਨਸ਼ਾਹੀਆਂ ਬਾਦਸ਼ਾਹਤਾਂ ਪ੍ਰਾਪਤ ਕਰਦਾ ਹੈ। ਪਰ ਜਿਹੜਾ ਹੰਕਾਰ ਦਾ ਭਰਿਆ ਹੋਇਆ ਮਨ ਵਿੱਚ ਈਰਖਾ ਲੈ ਕੇ ਇਸ ਦਰ ਘਰ ਵੱਲ ਭੈੜੀ ਨਿਗਾਹ ਨਾਲ ਵੀ ਚੱਲ ਕੇ ਆਇਆ, ਫਿਰ ਉਹਦਾ ਬਚਦਾ ਕੁਛ ਨਹੀਂ। ਇਹ ਨਹੀਂ ਸੀ ਪਤਾ ਕਿ ਇਸ ਦਰ ਤੇ ਹਮਲਾ ਕਰਨ ਵਾਲੇ ਦਾ ਆਪਣਾ ਵੀ ਕੁਝ ਨਹੀਂ ਬਚਣਾ। ਇਹ ਨਹੀਂ ਸੀ ਪਤਾ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਨਗਰੀ ਤੇ ਭੈੜੀ ਸੋਚ ਲੈ ਕਰਕੇ ਜੇ ਮੈਂ ਹਮਲਾ ਕਰਾਂਗਾ ਤੇ ਮੇਰਾ ਕੱਖ ਨਹੀਂ ਰਹਿਣਾ। ਮੈਂ ਤੇ ਖੁਦ ਅੱਗ ਦੇ ਵਿੱਚ, ਈਰਖਾ ਦੀ ਅੱਗ ਵਿੱਚ ਸੜਨ ਵਾਲਾ, ਆਪ ਹੀ ਅੱਗ ਦੇ ਵਿੱਚ ਸੜ ਕੇ ਸਵਾਹ ਹੋਣ ਵਾਲਾ ਸੀ। ਇਸ ਗੱਲ ਦਾ ਅਜੇ ਸੁਲਹੀ ਖਾਨ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਉਹਦਾ ਅੰਤ ਹੀ ਉਹਨੂੰ ਇਹੋ ਜਿਹੇ ਕਰਮ ਕਰਨ ਵਾਸਤੇ ਤਿਆਰ ਕਰ ਰਿਹਾ ਹੈ। ਲੇਕਰ ਚਾਰ ਚਲਿਓ ਤਤਕਾਲਾ। ਸੋ ਸਾਧ ਸੰਗਤ ਇਸ ਤਰੀਕੇ ਦੇ ਨਾਲ ਜਦੋਂ ਚਿੱਠੀ ਸੁਲਹੀ ਖਾਨ ਨੇ ਹੰਕਾਰ ਦੇ ਵਿੱਚ ਭਰੀ ਹੋਈ ਲਿਖੀ ਤੇ ਜਿਹੜਾ ਹਰਕਾਰਾ ਸੀ ਸੰਦੇਸ਼ਵਾਹਕ, ਜਿਹੜਾ ਚਿੱਠੀ ਲੈ ਕੇ ਗਿਆ ਸੀ, ਉਹਦੇ ਹੱਥ ਵਿੱਚ ਚਿੱਠੀ ਪਕੜਾਤੀ, ਸਨਮਾਨ ਕੀਤਾ ਉਹਦਾ। ਤੇ ਉਹ ਚਿੱਠੀ ਲੈ ਕਰਕੇ ਹਰਕਾਰਾ ਹੁਣ ਦਿੱਲੀ ਤੋਂ ਮਾਲਵੇ ਵਿੱਚ ਕੋਠੇ ਪਿੰਡ ਬਾਬਾ ਪ੍ਰਿਥੀ ਚੰਦ ਜੀ ਦੇ ਕੋਲ ਆ ਗਿਆ। ਜੈ ਪ੍ਰਿਥੀਆ ਅੰਤਰ ਤੇ ਕਾਲਾ। ਲੈ ਕਰਕੇ ਚਿੱਠੀ ਉੱਥੇ ਪਹੁੰਚਿਆ ਜਿੱਥੇ ਬਾਬਾ ਪ੍ਰਿਥੀ ਚੰਦ ਜੀ ਸਨ। ਅੰਦਰੋਂ ਜਿਨ੍ਹਾਂ ਦਾ ਹਿਰਦਾ ਵਿਕਾਰਾਂ ਦੇ ਕਰਕੇ, ਈਰਖਾ ਦੇ ਕਰਕੇ ਸੜ ਕੇ ਕੋਲਾ ਹੋਇਆ ਪਿਆ ਸੀ। ਮਨ ਜਿਨ੍ਹਾਂ ਦਾ ਵਿਕਾਰਾਂ ਕਰਕੇ, ਈਰਖਾ ਨਫ਼ਰਤ ਨਾਲ ਬੜਾ ਕਾਲਾ ਸੀ। ਸਖਾ ਲਿਖੇ ਕੋ ਪਠ ਰਖਾਇਓ। ਤੇ ਜਦੋਂ ਸੁਲਹੀ ਖਾਨ ਨੇ ਅੱਗੋਂ ਸਖਾ ਸ਼ਬਦ ਲਿਖਿਆ, ਮਿੱਤਰ ਸ਼ਬਦ ਲਿਖਿਆ, ਤੇ ਬੜਾ ਖੁਸ਼ ਹੋਇਆ ਬਾਬਾ ਪ੍ਰਿਥੀ ਚੰਦ। ਬੜਾ ਮਨ ਕਰਕੇ ਪ੍ਰਸੰਨ ਹੈ ਕਿ ਸੁਲਹੀ ਖਾਨ ਨੇ ਮੈਨੂੰ ਮਿੱਤਰ ਕਰਕੇ ਲਿਖਿਆ ਹੈ। ਸੁਦਤ ਅਦਕ ਜਨ ਭੋਜਨ ਖਾਇਓ। ਉਹਦੀ ਚਿੱਠੀ ਨਾਲ ਵੇਖਦਾ ਹੈ ਤੇ ਜਿਵੇਂ ਬਹੁਤ ਭੁੱਖੇ ਬੰਦੇ ਨੂੰ ਅਚਾਨਕ ਭੋਜਨ ਮਿਲ ਜਾਏ ਤੇ ਜਿਵੇਂ ਉਹ ਖੁਸ਼ ਹੁੰਦਾ ਹੈ ਨਾ, ਕਿ ਬਹੁਤ ਭੁੱਖ ਲੱਗੀ ਸੀ, ਕਈ ਦਿਨਾਂ ਦਾ ਭੁੱਖਾ ਸੀ ਤੇ ਅਚਾਨਕ ਹੀ ਭੋਜਨ ਦਾ ਥਾਲ ਸਾਹਮਣੇ ਆ ਗਿਆ ਹੋਵੇ ਤੇ ਜਿਵੇਂ ਉਹਨੂੰ ਖੁਸ਼ੀ ਚੜ੍ਹਦੀ ਹੈ, ਇਦਾਂ ਬਾਬਾ ਪ੍ਰਿਥੀ ਚੰਦ ਬੜਾ ਖੁਸ਼ ਹੋ ਰਿਹਾ ਹੈ। ਅਬ ਕੇ ਆਏ ਜਿਉਂ ਕਿਉਂ ਕਰਕੇ। ਤੇ ਮਨ ਵਿੱਚ ਸੋਚਦਾ ਹੈ ਕਿ ਹੁਣ ਕਿਸੇ ਤਰੀਕੇ ਦੇ ਨਾਲ ਜਿਉਂ ਕਿਉਂ ਕੋਈ ਹੀਲਾ, ਕੋਈ ਵਸੀਲਾ ਵਰਤ ਕੇ ਸੁਲਹੀ ਖਾਂ ਕਿਤੇ ਆਪਣੀ ਫੌਜ ਲੈ ਕੇ ਚੜ੍ਹ ਕੇ ਆ ਜਾਵੇ ਸਹੀ। ਹਤੋਂ ਆਨੰਦ ਕੇ ਨਿਤ ਉੱਠ ਕਰਕੇ। ਤੇ ਮੈਂ ਆਪਣਾ ਛੋਟਾ ਭਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੀ ਕਹਿੰਦਾ ਹੈ ਕਿ ਜਿਹੜਾ ਮੇਰੇ ਹਿਰਦੇ ਵਿੱਚ ਰੜਕਦਾ ਹੀ ਰਹਿੰਦਾ ਹੈ, ਮੈਨੂੰ ਬੜਾ ਇਸ ਤਰੀਕੇ ਨਾਲ ਰੜਕ ਪੈਦਾ ਹੁੰਦੀ ਉਹਦੀ ਵਡਿਆਈ ਵੇਖ ਕੇ, ਮੈਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰਾਂ। ਗੁਰਤਾ ਗਾਦੀ ਕੋ ਲੈ ਕਰ ਕਰ ਮੈਂ। ਤੇ ਮਨ ਵਿੱਚ ਵਿਉਂਤਾਂ ਸੋਚਦੇ ਨੇ ਬਾਬਾ ਪ੍ਰਿਥੀ ਚੰਦ ਕਿ ਇਸ ਤਰ੍ਹਾਂ ਹੌਲੀ ਹੌਲੀ ਸਾਰਾ ਕੁਝ ਮੈਂ ਹਥਿਆ ਲਵਾਂਗਾ, ਗੁਰਤਾ ਗੱਦੀ ਮੈਂ ਆਪਣੇ ਹੱਥ ਵਿੱਚ ਕਰ ਲਵਾਂਗਾ, ਭਾਵ ਇਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਵਾਂਗਾ। ਤਬ ਸਭ ਕਿਛ ਪ੍ਰਾਪਤ ਮਮ ਕਰ ਮੈਂ। ਤੇ ਜੇ ਗੁਰਗੱਦੀ ਮੈਨੂੰ ਪ੍ਰਾਪਤ ਹੋ ਗਈ ਤੇ ਸਭ ਕੁਝ ਮੈਂ ਪ੍ਰਾਪਤ ਕਰ ਲਵਾਂਗਾ। ਇਹ ਨਹੀਂ ਸੀ ਪਤਾ ਕਿ ਇਹ ਤੇ ਦਾਤ ਇਲਾਹੀ ਹੈ ਜਿਹਨੂੰ ਮਿਲਦੀ ਹੈ। ਜਿਸ ਥਾਂ ਤੇ ਗੁਰੂ ਪਾਤਸ਼ਾਹ ਮਹਾਰਾਜ ਚਰਨ ਪਾਉਂਦੇ ਹੈ ਉਹ ਥਾਂ ਹੀ ਭਾਗਾਂ ਵਾਲੀ ਬਣ ਜਾਂਦੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ, ਜੰਗਲ ਵਿੱਚ ਵੀ ਮੰਗਲ ਲੱਗ ਜਾਂਦੇ। ਗੱਲ ਤੇ ਗੁਰੂ ਜੋਤ ਦੀ ਬਰਕਤ ਸੀ। ਜੇ ਉਹ ਮਾਲਵੇ 'ਚ ਜੰਗਲ 'ਚ ਵੀ ਸੀ। ਵੇਖੋ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਬਾਅਦ 'ਚ 10ਵੇਂ ਜਾਮੇ 'ਚ ਗੁਰੂ ਨਾਨਕ ਦੀ ਜੋਤ ਉਸ ਇਲਾਕੇ ਵਿੱਚ ਵਿਚਰੀ ਹੈ, ਉਹ ਧਰਤੀ ਜੰਗਲ ਆਬਾਦ ਹੋ ਗਏ, ਸਤਿਗੁਰੂ ਦੀ ਬਖਸ਼ਿਸ਼ ਨਾਲ ਨਿਵਾਜੇ ਗਏ। ਉਹ ਧਰਤੀ ਭਾਗਾਂ ਵਾਲੀ ਹੋ ਗਈ ਸੀ। ਜਿਸ ਇਲਾਕੇ ਵਿੱਚ ਅੰਨ ਧਨ ਨਹੀਂ ਸੀ ਹੁੰਦਾ, ਉਹ ਅੰਨ ਧਨ ਨਾਲ ਭਰਪੂਰ ਹੋ ਗਈ, ਲਹਿਰਾਂ ਬਹਿਰਾਂ ਹੋ ਗਈਆਂ ਉਸ ਇਲਾਕੇ ਵਿੱਚ। ਗੱਲ ਗੁਰੂ ਦੀ ਬਖਸ਼ਿਸ਼ ਹੈ। ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਹੈ ਉਹ ਉਜਾੜ ਧਰਤੀ ਵੀ ਹਰਿਆਵਲ ਨਾਲ ਭਰਪੂਰ ਹੋ ਜਾਂਦੀ ਹੈ। ਪਰ ਉਹ ਸੋਚਦਾ ਸ਼ਾਇਦ ਗੁਰਗੱਦੀ ਮੈਂ ਧੱਕੇ ਨਾਲ ਹਾਸਲ ਕਰ ਲਵਾਂਗਾ। ਇਸ ਤਰੀਕੇ ਦੀਆਂ ਮਨ ਦੇ ਵਿੱਚ ਕੋਝੀਆਂ ਚਾਲਾਂ ਬਾਬਾ ਪ੍ਰਿਥੀ ਚੰਦ ਜੀ ਚੱਲ ਰਹੇ ਹਨ। ਬਹੁਰ ਚਾਰਨੇ ਬਾਕ ਉਚਾਰਾ। ਹੁਣ ਉਹ ਸੰਦੇਸ਼ਵਾਹਕ ਜਿਹੜਾ ਦਿੱਲੀ ਤੋਂ ਸੁਲਹੀ ਖਾਨ ਦਾ ਸਾਧ ਸੰਗਤ ਸੁਨੇਹਾ ਲੈ ਕੇ ਆਇਆ ਸੀ,
ਉਹਨੇ ਬਾਬਾ ਪ੍ਰਿਥੀ ਚੰਦ ਵੱਲ ਵੇਖ ਕੇ ਫਿਰ ਗੱਲ ਆਪਣੀ ਇਉਂ ਕਹੀ। ਕੀਜੈ ਤਿਆਰ ਤੁਰੰਗਨ ਚਾਰਾ। ਕਹਿਣ ਲੱਗੇ ਬਾਬਾ ਪ੍ਰਿਥੀ ਚੰਦ ਨੂੰ ਕਿ ਸੁਲੀ ਖਾਨ ਨੇ ਸੁਨੇਹਾ ਦਿੱਤਾ ਹੈ, ਮੈਂ ਛੇਤੀ ਤੁਹਾਡੇ ਕੋਲ ਆ ਰਿਹਾ ਹਾਂ, ਤੇ ਫੌਜ ਲੈ ਕੇ ਜਦੋਂ ਆਵਾਂਗਾ ਤੇ ਜਿਹੜੇ ਘੋੜੇ ਆਦਿਕ ਨੇ ਉਹਨਾਂ ਵਾਸਤੇ ਚਾਰੇ ਦਾ ਪ੍ਰਬੰਧ ਵੀ ਵਧੀਆ ਤੁਸੀਂ ਕਰਨਾ ਕਰੋ। ਅਨਿ ਕ੍ਰਿਤ ਸੰਚੋ ਸਮੁਦਾਇਆ। ਕਹਿੰਦੇ ਇਹਦੇ ਨਾਲ ਨਾਲ ਫੌਜ ਵਾਸਤੇ ਅੰਨ ਘਿਓ ਆਦਿਕ ਜੋ ਕੁਝ ਘੋੜਿਆਂ ਵਾਸਤੇ ਵੀ ਦਾਣਾ ਪੱਠਾ ਹੈ, ਇਹ ਫੌਜ ਦੇ ਵਾਸਤੇ ਸਾਰੇ ਖਰਚੇ ਦਾ ਪ੍ਰਬੰਧ ਕਰਨਾ ਕਰੋ। ਸੁਲਹੀ ਕਹਿਓ ਬੜੀ ਕਰਦਾਇਆ। ਇਸ ਤਰ੍ਹਾਂ ਸੁਲੀ ਖਾਨ ਨੇ ਵੱਡੀ ਦਇਆ ਕਰਕੇ ਤੁਹਾਡੇ ਵਾਸਤੇ ਇਹ ਬੋਲ ਆਖੇ ਹਨ। ਤੋਏ ਸਮੀਪ ਆਏ ਹੈ ਪੂਰਬ। ਪਹਿਲਾਂ ਵੀ ਸੁਲੀ ਖਾਨ ਤੁਹਾਡੀ ਗੱਲ ਮੰਨ ਕੇ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ, ਕਰਹਿ ਕਾਜ ਬਲ ਸਾਥ ਅਪੂਰਬ। ਤੇ ਉਹਨੇ ਕਹਿਣਾ ਹੈ ਕਿ ਜਿਹੜੇ ਅਧੂਰੇ ਕੰਮ ਰਹਿੰਦੇ ਸੀ ਪਹਿਲਾਂ ਪੂਰੇ ਨਹੀਂ ਸੀ ਹੋ ਸਕੇ, ਇਸ ਵਾਰ ਜਦੋਂ ਮੈਂ ਫੌਜ ਲੈ ਕੇ ਆਵਾਂਗਾ ਤੇ ਪਿਛਲੇ ਰਹਿੰਦੇ ਹੋਏ ਕਾਰਜ ਐਤਕੀ ਪੂਰੇ ਕਰ ਲਵਾਂਗਾ। ਕਿਉਂਕਿ ਪਿਛਲੀ ਵਾਰ ਜਦੋਂ ਉਹ ਚੜ੍ਹ ਕੇ ਆਇਆ ਸੀ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਉਦੋਂ ਪ੍ਰਕਾਸ਼ ਹੋਣ ਵਾਲਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਾਂ ਯੋਗ ਵਿਚਾਰ ਕੇ ਘਰੇਲੂ ਝਗੜੇ ਦੇ ਕਰਕੇ ਕੋਈ ਨੁਕਸਾਨ ਨਾ ਹੋਵੇ, ਇਸ ਕਰਕੇ ਸੁਲੀ ਖਾਂ ਦੇ ਨਾਲ ਸਾਹਮਣੇ ਕਿਸੇ ਪ੍ਰਕਾਰ ਦਾ ਟਕਰਾਅ ਕਰਨ ਦੀ ਥਾਂ ਸਤਿਗੁਰੂ ਜੀ ਅੰਮ੍ਰਿਤਸਰ ਨਗਰੀ ਛੱਡ ਕੇ ਉਸ ਵਕਤ ਗੁਰੂ ਕੀ ਵਡਾਲੀ ਨਗਰ ਗੁਰੂ ਕੇ ਚਰਨ ਪੈਣ ਕਰਕੇ ਗੁਰੂ ਕੀ ਵਡਾਲੀ ਬਣਿਆ, ਉਸ ਸਥਾਨ ਤੇ ਪਹੁੰਚੇ ਸੀ। ਤੇ ਬਾਅਦ ਚ 6ਵੇਂ ਪਾਤਸ਼ਾਹ ਦੇ ਪ੍ਰਕਾਸ਼ ਹੋਣ ਦੇ ਸਮੇਂ ਦੇ ਵਿੱਚ ਉਸੇ ਉਹਨਾਂ ਹੀ ਖੁਸ਼ੀਆਂ ਦੇ ਵਿੱਚ 6 ਹਰਟਾ ਖੂਹ ਵੀ ਲਵਾ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ। ਜੋ ਨਗਰੀਆਂ ਗੁਰੂ ਕੀ ਵਡਾਲੀ 6 ਹਰਟਾ ਸਾਹਿਬ ਉਸੇ ਸਮੇਂ ਤੋਂ ਗੁਰੂ ਕੀ ਬਖਸ਼ਿਸ਼ ਨਾਲ ਨਿਵਾਜੀਆਂ। ਸੰਗਤਾਂ ਉਹਨਾਂ ਸਥਾਨਾਂ ਤੇ ਵੀ ਦਰਸ਼ਨ ਕਰਦੀਆਂ ਨੇ, ਰਹਿਮਤਾਂ ਲੈਂਦੀਆਂ। ਸੋ ਉਸ ਵਕਤ ਵੀ ਉਦੋਂ ਯਤਨ ਕੀਤੇ ਸਨ, ਪਰ ਕਹਿੰਦੇ ਉਸ ਵਕਤ ਦੇ ਜਿਹੜੇ ਯਤਨ ਪਹਿਲਾਂ ਪੂਰੇ ਨਾ ਹੋ ਸਕੇ। ਕਹਿੰਦੇ ਇਸ ਵਕਤ ਸੁਲਹੀ ਖਾਂ ਕਹਿੰਦਾ ਮੈਂ ਤੇਰੇ ਰਹਿੰਦੇ ਕੰਮ ਜ਼ਰੂਰ ਕਰਾਂਗਾ। ਕਾਗਜ਼ ਲਿਖਿਓ ਸੋ ਖੋਲ ਪਠਾਵਾ। ਹੁਣ ਜਿਹੜੀ ਚਿੱਠੀ ਲਿਖੀ ਸੀ ਉਹ ਖੋਲ ਕਰਕੇ ਜਦੋਂ ਸਾਰੀ ਵੇਖੀ ਹੈ, ਤਬ ਖਾਤਰ ਕਰ ਮੋਹਿ ਪਠਾਵਾ। ਕਿ ਜਿਹੜੀ ਤੁਸਾਂ ਚਿੱਠੀ ਭੇਜੀ ਸੀ, ਬਾਬਾ ਪ੍ਰਿਥੀ ਚੰਦ ਨੂੰ ਆਖਦਾ ਹੈ ਹਰਕਾਰਾ ਕਿ ਤੁਹਾਡੀ ਚਿੱਠੀ ਚੰਗੀ ਤਰ੍ਹਾਂ ਖੋਲ ਕੇ ਉਹਨੇ ਆਪ ਪੜ੍ਹੀ ਹੈ, ਸਾਰੀ ਗੱਲ ਪੜ੍ਹ ਕਰਕੇ ਉਹਨੇ ਬੋਲ ਲਿਖ ਕੇ ਮੈਨੂੰ ਭੇਜੇ ਨੇ, ਸਾਰੀ ਗੱਲਬਾਤ ਮੈਨੂੰ ਦੱਸੀ ਹੈ, ਤੇ ਨਾਲੇ ਮੇਰਾ ਬਹੁਤ ਉਹਨੇ ਜਾਣ ਤੇ ਖਾਤਰ ਕੀਤੀ ਹੈ, ਸਤਿਕਾਰ ਮਾਣ ਕਰਕੇ ਮੈਨੂੰ ਸਾਰੀ ਗੱਲਬਾਤ ਦੱਸ ਕੇ ਫਿਰ ਮੈਨੂੰ ਭੇਜਿਆ ਹੈ। ਆਇਓ ਹੀ ਜਾਨੋ ਨਿਜ ਤੀਰ। ਬਸ ਤੁਸੀਂ ਹੁਣ ਫਿਕਰ ਨਾ ਕਰੋ, ਬਹੁਤ ਜਲਦੀ ਉਹ ਤੁਹਾਡੇ ਕੋਲ ਆਇਆ ਹੀ ਸਮਝੋ। ਨੈ ਅਟਕੈ ਜਿਮ ਛੁਟਕਿਓ ਤੀਰ। ਉਹ ਹੁਣ ਰੁਕਣ ਵਾਲਾ ਨਹੀਂ ਹੈ, ਜਿਵੇਂ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਰੁਕਦਾ ਨਹੀਂ ਹੈ ਨਾ, ਧਨੁੱਖ ਚੋਂ ਨਿਕਲਿਆ ਹੋਇਆ ਤੀਰ ਨਹੀਂ ਰੁਕਦਾ, ਸਮਝ ਲਵੋ ਹੁਣ ਰੁਕਣ ਵਾਲਾ ਕੰਮ ਨਹੀਂ। ਉਹ ਸੁਲੀ ਖਾਨ ਤੁਹਾਡੇ ਕੋਲ ਆਇਆ ਹੀ ਸਮਝੋ। ਤੋ ਵਿਹਿਦ ਤੇ ਨਿਜ ਸੈਨ ਸਕੇਲੇ। ਉਹਨੇ ਹੁਣ ਫੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੁਹਾਡੇ ਵਾਸਤੇ ਤਿਆਰੀਆਂ ਆਰੰਭ ਕਰ ਲਈਆਂ ਹਨ। ਛਤਰ ਹਤੇ ਕਰੀ ਜਿਮ ਕੇਲੇ। ਉਹਨੇ ਇਸ ਤਰੀਕੇ ਨਾਲ ਤਿਆਰੀ ਕਰ ਰੱਖੀ ਹੈ ਜਿਵੇਂ ਹਾਥੀ ਕਿਸੇ ਕੇਲੇ ਨੂੰ ਮਿੱਧ ਛੁੱਟਦਾ, ਕੇਲੇ ਦਾ ਨੁਕਸਾਨ ਕਰਦਾ। ਇਹ ਨਾਸ਼ ਕਰਨ ਵਾਲਾ ਜਿਵੇਂ ਕੇਲੇ ਦਾ ਨਾਸ਼, ਕੇਲਾ ਟਿਕ ਨਹੀਂ ਸਕਦਾ, ਹਾਥੀ ਨਾਸ਼ ਕਰ ਦਿੰਦਾ। ਇਸੇ ਤਰੀਕੇ ਨਾਲ ਸੁਲੀ ਖਾਨ ਉਸੇ ਤਰੀਕੇ ਨਾਲ ਚੜ ਕੇ ਆਉਣ ਵਾਲਾ ਹੈ। ਹਲਕਾਰੇ ਤੇ ਸੁਣ ਸਭ ਬਾਤ। ਇਸ ਤਰ੍ਹਾਂ ਉਹ ਹਰਕਾਰਾ ਜਿਹੜਾ ਸੰਦੇਸ਼ ਵਾਹਕ ਸੀ, ਚਿੱਠੀ ਲੈ ਕੇ ਗਿਆ ਤੇ ਲੈ ਕੇ ਆਇਆ, ਉਹਦੇ ਤੋਂ ਸਾਰੀ ਗੱਲਬਾਤ ਬਾਬਾ ਪ੍ਰਿਥੀ ਚੰਦ ਜੀ ਨੇ ਜਦੋਂ ਸੁਣੀ ਹੈ, ਮਨੋ ਸਵੇਤ ਤਨ ਲਾਗੀ ਬਾਤ। ਕਹਿੰਦੇ ਇਦਾਂ ਲੱਗਦਾ ਸੀ ਜਿਵੇਂ ਕਿਸੇ ਨੂੰ ਵਾਵਾ ਮੁੜਕਾ ਆਇਆ ਹੋਵੇ ਨਾ, ਤੇ ਮੁੜਕਾ ਲੱਗਣ ਤੇ ਚੰਗਾ ਪਸੀਨਾ ਮੁੜਕਾ ਆਉਣ ਤੇ ਫਿਰ ਠੰਡੀ ਹਵਾ ਲੱਗਦੀ ਹੈ। ਜਦੋਂ ਹਵਾ ਪਵੇ ਸਰੀਰ ਦੇ ਨਾਲ ਤੇ ਫਿਰ ਐ ਸਰੀਰ ਠੰਡਾ ਹੁੰਦਾ ਹੈ। ਇਸ ਤਰੀਕੇ ਦੇ ਨਾਲ ਮਾਨੋ ਮੁੜਕਾ ਆਉਣ ਉਹ ਆਇਆ ਹੋਇਆ ਸੀ, ਤੇ ਠੰਡੀ ਹਵਾ ਉਹਦੀਆਂ ਗੱਲਾਂ ਦੇ ਨਾਲ ਲੱਗਣ ਲੱਗ ਕੇ ਬੜੀ ਠੰਡ ਪਈ ਹੈ ਬਾਬੇ ਪ੍ਰਿਥੀ ਚੰਦ ਨੂੰ। 20 ਰਜਤ ਬਨ ਦੀਨ ਇਨਾਮੋ। ਇਹ ਹੁਣ ਜਦੋਂ ਖੁਸ਼ੀ ਦੀ ਖਬਰ, ਭਾਵ ਬਾਬੇ ਪ੍ਰਿਥੀ ਚੰਦ ਦੇ ਮਨ ਨੂੰ ਭਾਉਣ ਵਾਲੀ ਖੁਸ਼ੀ ਸੀ, ਉਹਦੇ ਹਿਸਾਬ ਨਾਲ ਖੁਸ਼ੀ ਦੀ ਖਬਰ ਜਿਹੜੀ ਦੱਸੀ, ਤੇ ਸੁਣ ਕਰਕੇ ਜਿਹੜਾ ਹਰਕਾਰਾ ਸੀ ਉਹਨੂੰ ਹੁਣ 20
ਚਾਂਦੀ ਦੀਆਂ ਮੋਹਰਾਂ ਜਿਹੜੀਆਂ ਸੀ ਦੇਖ ਕਰਕੇ, ਰਜਤਪਣ ਦੇ ਕੇ ਉਹਨੂੰ ਇਨਾਮ ਦੇ ਕੇ ਮਾਣ ਕੀਤਾ। ਕਰੇ ਕਾਜ ਸੁਲਹੀ ਜਿਸ ਨਾਮੋ, ਜਿਨੇ ਇਹ ਕੰਮ ਕੀਤਾ ਸੀ ਸੁਲਹੀ ਖਾਨ ਦੇ ਕੋਲ ਲੈ ਕੇ ਚਿੱਠੀ ਗਿਆ ਸੀ। ਨਿਸ਼ਚੇ ਧਰੇ ਪ੍ਰਤੀਖਣ ਕਰੀ। ਹੁਣ ਇਹਨੂੰ ਪਤਾ ਹੈ, ਬਾਬਾ ਪ੍ਰਿਥੀ ਚੰਦ ਜੀ ਸੋਚਦੇ ਨੇ ਕਿ ਹੁਣ ਸੁਲਹੀ ਖਾਨ ਮੇਰੇ ਕਹੇ ਅਨੁਸਾਰ ਕੰਮ ਜ਼ਰੂਰ ਕਰੇਗਾ। ਇਸ ਕਰਕੇ ਮਨ ਵਿੱਚ ਨਿਸ਼ਚਾ ਧਾਰ ਕੇ, ਭਰੋਸਾ ਰੱਖ ਕੇ ਹੁਣ ਉਡੀਕ ਕਰਨ ਲੱਗੇ ਨੇ ਕਦੋਂ ਸੁਲਹੀ ਖਾਂ ਚੜ ਕੇ ਆਉਂਦਾ ਹੈ। ਹਤੋਂ ਸ਼ੇਰ ਜਿਮ ਚਾਹੇ ਕਰੀ। ਕਹਿੰਦੇ ਜਿਸ ਤਰੀਕੇ ਦੇ ਨਾਲ ਹਾਥੀ ਮਾਨੋ ਸ਼ੇਰ ਦਾ ਸ਼ਿਕਾਰ ਕਰਨ ਦੀਆਂ ਵਿਉਂਤਾਂ ਬਣਾਉਂਦਾ ਹੈ, ਕਹਿੰਦੇ ਇਸੇ ਤਰੀਕੇ ਦੇ ਨਾਲ ਮਨ ਵਿੱਚ ਚਾਹਨਾ ਇਹੋ ਜੀ ਲੈ ਕਰਕੇ ਬਾਬਾ ਪ੍ਰਿਥੀ ਚੰਦ ਬੈਠੇ ਹਨ। ਸੰਚਰਨ ਲਗਿਓ ਤ੍ਰਿਣਨ ਅਨ ਅਰਨ। ਹੁਣ ਉਹਨਾਂ ਨੇ, ਕਿਉਂਕਿ ਸੁਲਹੀ ਖਾਂ ਨੇ ਸੁਨੇਹਾ ਭੇਜਿਆ ਸੀ ਕਿ ਘੋੜਿਆਂ ਵਾਸਤੇ ਦਾਣੇ ਪੱਠੇ ਦਾ, ਫੌਜ ਵਾਸਤੇ ਘਿਓ, ਅੰਨ ਆਦਿਕ ਦਾ ਸਾਰਾ ਪ੍ਰਬੰਧ ਕਰੋ। ਇਸ ਕਰਕੇ ਹੁਣ ਵੱਡੀ ਫੌਜ ਆਉਣੀ ਹੈ ਤੇ ਫੌਜ ਵਾਸਤੇ ਅੰਨ ਦਾਣੇ ਦਾ ਪ੍ਰਬੰਧ ਫਿਰ ਬਾਬਾ ਪ੍ਰਿਥੀ ਚੰਦ ਕਰਨ ਲੱਗ ਪਏ। ਬਸੈ ਸਮੀਪ ਗ੍ਰਾਮ ਜੇ ਅੰਨ। ਹੋਰ ਵੀ ਨੇੜੇ ਤੇੜੇ ਦੇ ਜਿਹੜੇ ਪਿੰਡ ਆਦਿਕ ਸੀ, ਉਹਨਾਂ ਸਾਰਿਆਂ ਪਿੰਡਾਂ ਤੋਂ ਅੰਨ, ਦਾਣਾ ਪੱਠਾ, ਘਿਓ ਆਦਿਕ ਜਿਹੜਾ ਫੌਜ ਦੇ ਵਾਸਤੇ, ਘੋੜਿਆਂ ਵਾਸਤੇ ਚਾਹੀਦਾ ਸੀ, ਉਹ ਸਾਰਾ ਇਕੱਠਾ ਕਰਨ ਲੱਗ ਪਏ। ਤਿਸ ਆ ਗਮਨ ਚਿਤੈ ਦਿਨ ਰਾਤੀ। ਤੇ ਫਿਰ ਸੋਚਾਂ ਵਿੱਚ ਸੋਚਦੇ ਨੇ ਕਿ ਕਦੋਂ ਹੁਣ ਮੇਰਾ ਮਿੱਤਰ ਆਏਗਾ। ਜਿਹੜਾ ਮਿੱਤਰ ਹੈ ਉਹਨੂੰ ਦੁਸ਼ਮਣ ਬਣਾ ਕੇ ਬੈਠੇ ਨੇ, ਤੇ ਜਿਹੜਾ ਦੁਸ਼ਮਣ ਹੈ ਉਹਨੂੰ ਮਿੱਤਰ ਸਮਝ ਰਹੇ ਨੇ। ਇਹੋ ਜੀ ਉਲਟੀ ਕਲਾ ਮਾਇਆ ਵਰਤਾਉਂਦੀ ਹੈ। ਜੋ ਪਰਾਇਆ ਹੋਵੇ ਉਹ ਆਪਣਾ ਨਜ਼ਰ ਆਉਣ ਲੱਗ ਪੈਂਦਾ, ਤੇ ਜਿਹੜਾ ਆਪਣਾ ਹੈ ਉਹ ਬੇਗਾਨਾ ਨਜ਼ਰ ਆਉਣ ਲੱਗ ਪੈਂਦਾ। ਅਸਲ ਦੇ ਵਿੱਚ ਇਹ ਮਾਇਆ ਦੀ ਹੀ ਕਲਾ ਹੈ, ਮਾਇਆ ਦੀਆਂ ਹੀ ਖੇਡਾਂ ਨੇ। ਤੇ ਇਹੋ ਜਿਹਾ ਮਨ ਤੇ ਪਰਦਾ ਪਿਆ ਹੋਇਆ ਹੈ ਕਿ ਜਿਹੜਾ ਆਪਣਾ ਹੈ ਉਹ ਬੇਗਾਨਾ ਨਜ਼ਰ ਆ ਰਿਹਾ ਹੈ, ਤੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਮਿੱਤਰ ਸਮਝੀ ਬੈਠੇ ਨੇ ਬਾਬਾ ਪ੍ਰਿਥੀ ਚੰਦ। ਸੋ ਇਸ ਤਰੀਕੇ ਨਾਲ ਦਿਨ ਰਾਤ ਇਹ ਸੋਚ ਵਿੱਚ ਨੇ ਕਿ ਕਦੋਂ ਉਹ ਚੱਲ ਕੇ ਸੁਲਹੀ ਖਾਂ ਆਵੇਗਾ। ਜਾਣੈ ਅਨਜ ਦੁਖਦ ਆ ਰਾਤੀ। ਕਿ ਕਿਸ ਤਰੀਕੇ ਨਾਲ ਉਹ ਫੌਜ ਆਏਗੀ, ਮੇਰਾ ਛੋਟਾ ਭਰਾ ਉਹਨੂੰ ਕਿਸ ਤਰੀਕੇ ਦੇ ਨਾਲ ਆ ਕਰਕੇ ਫਿਰ ਨੁਕਸਾਨ ਕਰੇਗੀ ਫੌਜ, ਭਾਵ ਮੇਰੀ ਵੈਰੀ ਨੂੰ ਦੁੱਖ ਦੇਵੇਗੀ ਤੇ ਮੈਨੂੰ ਸੁੱਖ ਦੇਵੇਗੀ। ਇਦਾਂ ਦੀਆਂ ਸੋਚਾਂ ਚੱਲਦੀਆਂ ਬਾਬਾ ਪ੍ਰਿਥੀ ਚੰਦ ਦੇ ਮਨ ਵਿੱਚ। ਸੁਲਹੀ ਜਬ ਦਿੱਲੀ ਮੋਂਗਾ ਜਾ। ਇੱਧਰ ਸੁਲਹੀ ਖਾਨ ਦਿੱਲੀ ਦੀ ਧਰਤੀ ਤੇ ਅਹਿਲਕਾਰ ਹੈ, ਤੇ ਉਹਨੇ ਦਿੱਲੀ ਦੀ ਧਰਤੀ ਤੇ ਜਦੋਂ ਉਹਦਾ ਰੌਲਾ ਗੌਲਾ ਲੋਕਾਂ ਵਿੱਚ ਪਤਾ ਲੱਗਣ ਲੱਗ ਪਿਆ, ਦਿੱਲੀ ਦੀ ਧਰਤੀ ਤੇ ਜਿਵੇਂ ਉਹਨੇ ਲਲਕਾਰੇ ਮਾਰੇ, ਪਰੋਂ ਰਿਪਨ ਜਿਮ ਗਿਰ ਪਰ ਗਾਜਾ। ਇਸ ਤਰੀਕੇ ਨਾਲ ਗੱਜਦਾ ਹੈ, ਲਲਕਾਰੇ ਮਾਰਦਾ ਹੈ ਜਿਵੇਂ ਪਰਬਤ ਦੇ ਉੱਪਰ ਬਿਜਲੀ ਆ ਕੇ ਡਿੱਗਣੀ ਹੋਵੇ। ਇਸ ਤਰੀਕੇ ਦੇ ਨਾਲ ਲਲਕਾਰੇ ਮਾਰ ਕੇ ਕਿ ਮੈਂ ਆਪਣੇ ਦੁਸ਼ਮਣ ਦਾ ਇਸ ਤਰ੍ਹਾਂ ਨੁਕਸਾਨ ਕਰਾਂਗਾ। ਸੰਗਤ ਮੈਂ ਬਿਰਤੰਤ ਬਿਸਤਰਾ। ਹੁਣ ਦਿੱਲੀ ਦੀ ਧਰਤੀ ਤੇ ਗੁਰੂ ਨਾਲ ਪਿਆਰ ਕਰਨ ਵਾਲੀ ਸੰਗਤ ਬਹੁਤ ਸੀ। ਕੇਵਲ ਦਿੱਲੀ ਨਹੀਂ, ਸਾਧ ਸੰਗਤ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਇੰਨੀਆਂ ਕੁ ਜ਼ਿਆਦਾ ਸਨ। ਮੋਹਸਨ ਪਾਨੀ 6ਵੇਂ ਪਾਤਸ਼ਾਹ ਦੇ ਸਮੇਂ ਦਾ ਇੱਕ ਸਮਕਾਲੀ ਇਤਿਹਾਸਕਾਰ ਹੈ, ਉਹਨੇ ਗੱਲਾਂ ਦਾ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ ਭਾਤੇ, ਇਸ ਤੋਂ ਇਲਾਵਾ ਇਹ ਪੰਜਾਬ, ਅਫਗਾਨਿਸਤਾਨ, ਇਹ ਸਾਰੇ ਇਲਾਕਿਆਂ ਦੇ ਵਿੱਚ ਕੋਈ ਐਸਾ ਵੱਡਾ ਸ਼ਹਿਰ ਨਹੀਂ ਸੀ ਜਿੱਥੇ ਸਿੱਖਾਂ ਦੀ ਵਸੋਂ ਨਾ ਹੋਵੇ। ਦੇਸ਼ ਵਿਦੇਸ਼ਾਂ ਵਿੱਚ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਇਹ ਵੀ ਇੱਕ ਕਾਰਨ ਸੀ ਕਿ ਸਿੱਖਾਂ ਦੀ ਵੱਧਦੀ ਹੋਈ ਗਿਣਤੀ ਵੀ ਹਕੂਮਤ ਦੇ ਮਨ ਵਿੱਚ ਡਰ ਪੈਦਾ ਕਰ ਰਹੀ ਸੀ। ਇਹ ਬਾਬੇ ਨਾਨਕ ਦਾ ਘਰ, ਜਿਸ ਦਰ ਘਰ ਦੇ ਵਿੱਚੋਂ ਕਦੀ ਬਾਬਰ ਦੇ ਸਾਹਮਣੇ ਖਲੋ ਕਰਕੇ ਲਲਕਾਰਿਆ ਸੀ, ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਪਾਪ ਦੀ ਜੰਜ ਲੈ ਕਰਕੇ ਆਇਆ ਹੈ। ਜਿਹੜਾ ਦਰ ਘਰ ਹਮੇਸ਼ਾ ਹੀ ਝੂਠ ਦੇ ਖਿਲਾਫ ਖੜਨਾ ਸਿਖਾਉਂਦਾ ਹੈ, ਸੱਚ ਦੇ ਰਾਹ ਤੇ ਤੁਰਨਾ ਸਿਖਾਉਂਦਾ ਹੈ, ਜ਼ੁਲਮ ਦਾ ਟਾਕਰਾ ਕਰਨਾ ਸਿਖਾਉਂਦਾ ਹੈ, ਝੂਠ ਅਨਿਆਂ ਦੇ ਖਿਲਾਫ ਲੜਨਾ ਸਿਖਾਉਂਦਾ ਹੈ। ਜਿਸ ਦਰ ਘਰ ਤੋਂ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਦੀ ਗੱਲ ਦ੍ਰਿੜ ਕਰਾਈ ਜਾਂਦੀ ਹੈ, ਜਿਸ ਦਰ ਘਰ ਦੇ ਵਿੱਚੋਂ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਦੀ ਇਹ ਨਿਰਮਲ ਸਿਧਾਂਤ ਦ੍ਰਿੜ ਕਰਾਏ ਜਾਂਦੇ ਹੈ। ਇਸ ਕਰਕੇ ਹਕੂਮਤਾਂ ਨੂੰ ਡਰ ਵੀ ਲੱਗਦਾ ਹੈ ਕਿਤੇ ਉਹਨਾਂ ਦੀ ਜ਼ੁਲਮ ਦੀ ਜੜ ਜਿਹੜੀ ਪੁੱਟੀ ਨਾ ਜਾ। ਇਹ ਦਿੱਲੀ ਤੇ ਵੱਖ-ਵੱਖ ਇਲਾਕਿਆਂ 'ਚ ਸੰਗਤ ਬਹੁਤ ਸੀ। ਹੁਣ ਦਿੱਲੀ ਦੀ ਧਰਤੀ ਤੇ ਜਦੋਂ ਸੰਗਤਾਂ ਦੇ ਕੋਲ ਇਹ ਖਬਰ ਪਹੁੰਚਦੀ ਹੈ ਕਿ ਕਿਸ ਤਰ੍ਹਾਂ ਸੁਲਹੀ ਖਾਨ ਲਲਕਾਰੇ ਮਾਰਦਾ, ਅੰਮ੍ਰਿਤਸਰ ਦੀ ਧਰਤੀ, ਪੰਜਾਬ ਦੀ ਧਰਤੀ ਵਾਲੇ ਪਾਸੇ ਹਮਲਾ ਕਰਨ ਦੀ ਤਿਆਰੀ ਕਰਕੇ ਬੈਠਾ ਹੈ। ਬੋਲਿਓ ਤੁਰਕ ਬੁਰੀ ਹੀ ਤਰਾ। ਸੰਗਤਾਂ ਨੇ ਆਪਣੇ ਮਨ ਵਿੱਚ ਵਿਚਾਰਨਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜਾ ਤੁਰਕ ਹੈ
ਬਹੁਤ ਬੜੀ ਤਰੀਕੇ ਦੇ ਨਾਲ ਗੁਰੂ ਘਰ ਦੇ ਪ੍ਰਤੀ ਮਾੜੀ ਸੋਚ ਲੈ ਕਰਕੇ ਮਾੜਾ ਕਰਮ ਕਰਨ ਦੀ ਤਿਆਰੀ ਕਰੀ ਬੈਠਾ ਹੈ। ਮਿਲ ਕਰ ਸਭਨ ਲਿਖੀ ਅਰਦਾਸ। ਤੇ ਸੰਗਤ ਨੇ ਫਿਰ ਉੱਥੇ ਗੁਰੂ ਦੇ ਪਿਆਰ ਦੇ ਵਿੱਚ ਭਿੱਜੀ ਸੰਗਤ ਨੇ ਫਿਰ ਇੱਕ ਸਾਰਿਆਂ ਨੇ ਇਕੱਠਿਆਂ ਹੋ ਕੇ ਸੁਲੀ ਖਾਨ ਦੀ ਸਾਰੀ ਵਾਰਤਾ ਇੱਕ ਅਰਦਾਸ ਦੇ ਰੂਪ ਦੇ ਵਿੱਚ ਸਤਿਗੁਰਾਂ ਨੂੰ ਬੇਨਤੀ ਕਰਨ ਵਾਸਤੇ ਇੱਕ ਚਿੱਠੀ ਲਿਖਣੀ ਕੀਤੀ। ਮਸਤਕ ਟੇਕਿਓ ਜੇ ਗਨਦਾਸ। ਕਿ ਸਤਿਗੁਰੂ ਜੀ, ਦਿੱਲੀ ਦੀ ਸੰਗਤ ਤੁਹਾਡੇ ਸੇਵਕ ਤੁਹਾਨੂੰ ਮੱਥਾ ਟੇਕਦੇ ਹਨ। ਪ੍ਰਿਥੀਏ ਕੇ ਪ੍ਰੇਰੇ ਇਤ ਸੁਲਹੀ। ਕਿ ਦਾਤਾ ਜੀ, ਤੁਹਾਡੇ ਅੱਗੇ ਬੇਨਤੀ ਹੈ ਸਿੱਖ ਸੰਗਤ ਦੀ ਕਿ ਇੱਥੇ ਦਿੱਲੀ ਦੀ ਧਰਤੀ ਤੇ ਬਾਬਾ ਪ੍ਰਿਥੀ ਚੰਦ ਦੀ ਪ੍ਰੇਰਣਾ ਨਾਲ ਇੱਕ ਸੁਲੀ ਖਾਨ ਨਾਂ ਦਾ ਇੱਕ ਸਰਕਾਰੀ ਅਹਿਲਕਾਰ ਜਿਮ ਬੋਲਿਓ ਹਮਨੇ ਸੁਧ ਲਹੀ। ਉਹ ਤੁਹਾਡੇ ਤੇ ਹਮਲਾ ਕਰਨ ਦੀ ਤਿਆਰੀ ਕਰੀ ਬੈਠਾ ਹੈ। ਜਿਵੇਂ ਜਿਵੇਂ ਉਹਨੇ ਬੋਲੇ ਨੇ, ਦਿੱਲੀ ਦੀ ਸੰਗਤ ਨੇ ਉਹਦੇ ਬੋਲੇ ਹੰਕਾਰੀ ਬੋਲ ਸੁਣੇ ਹਨ। ਕੀਚਿਤ ਬਾਸੁਰ ਮੈਂ ਇਹ ਦੇਸ਼। ਕਿ ਉਹਨੇ ਤਿਆਰੀ ਕੀਤੀ ਹੈ, ਫੌਜ ਇਕੱਠੀ ਕਰ ਰਿਹਾ ਹੈ, ਕੁਝ ਕੁ ਦਿਨਾਂ ਦੇ ਵਿੱਚ ਉਹ ਪੰਜਾਬ ਦੇਸ਼ ਤੇ ਹਮਲਾ ਕਰੇਗਾ। ਆਏ ਗਾਮ ਆਉਂਦਿਓ ਨਦੇਸ਼। ਇਸ ਤਰੀਕੇ ਦੇ ਨਾਲ ਉਹਨੇ ਸਾਰੇ ਪਾਸੇ ਇਹ ਗੱਲ ਆਖੀ ਹੋਈ ਹੈ। ਸਾਰਿਆਂ ਦੇ ਵਿੱਚ ਉਹਨੇ ਆਗਿਆ ਦੇ ਕੇ ਫੌਜ ਇਕੱਠੀ ਕੀਤੀ ਹੈ ਕਿ ਮੈਂ ਜਾ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰਾਂਗਾ, ਪੰਜਾਬ ਦੇਸ਼ ਤੇ ਇਸ ਤਰ੍ਹਾਂ ਹਮਲਾ ਕਰਾਂਗਾ। ਰਾਵਰ ਯਤਨ ਕਰੋ ਜਿਮ ਬਨ ਹੈ। ਸੋ ਦਾਤਾ ਜੀ, ਅਸੀਂ ਤੁਹਾਡੀ ਸਿੱਖ ਸੰਗਤ ਤੁਹਾਡੇ ਨਾਲ ਪਿਆਰ ਕਰਨ ਵਾਲੇ ਆ। ਤੁਸੀਂ ਹੁਣ ਆਪ ਸਰਬ ਕਲਾ ਸਮਰੱਥ ਹੋ, ਜਿਵੇਂ ਵੀ ਕਰਨਾ ਬਣਦਾ ਹੈ ਉਸ ਤਰੀਕੇ ਨਾਲ ਆਪ ਕਰਨਾ ਕਰੋ। ਅੰਤਰਜਾਮੀ ਸਤਿਗੁਰਾਂ ਤੋਂ ਕੁਝ ਲਿਖਿਆ ਲੁਕਿਆ ਨਹੀਂ, ਛੁਪਿਆ ਨਹੀਂ, ਜਾਣੀ ਜਾਣ ਨੇ। ਪਰ ਸੰਗਤ ਨੇ ਆਪਣਾ ਫਰਜ਼ ਸਮਝ ਕਰਕੇ ਇਹ ਚਿੱਠੀ ਸਤਿਗੁਰਾਂ ਨੂੰ ਭੇਜੀ ਹੈ। ਕੈ ਪਰਛੋਰ ਬਸੋ ਜਿਤ ਬਨ ਹੈ। ਹਰ ਮਨੁੱਖ ਆਪਣੀ ਸੋਚ ਦੇ ਅਨੁਸਾਰ ਹੀ ਸਲਾਹ ਦਿੰਦਾ। ਉਹਨਾਂ ਪ੍ਰੇਮ ਨਾਲ ਭਿੱਜੇ ਹੋਏ ਗੁਰਮੁਖਾਂ ਵੱਲੋਂ ਇਹ ਸਲਾਹ ਦਿੱਤੀ, ਸਤਿਗੁਰੂ ਜੀ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਉਸ ਤਰੀਕੇ ਦੇ ਨਾਲ ਆਪ ਕਰਨਾ ਕਰੋ। ਭਾਵੇਂ ਜੇ ਹੋ ਸਕੇ, ਜੇ ਜਿਵੇਂ ਪਹਿਲਾਂ ਆਪ ਜੀ ਨੇ ਪਿੰਡ ਨਗਰ ਭਾਵ ਸ਼੍ਰੀ ਅੰਮ੍ਰਿਤਸਰ ਨਗਰੀ ਨੂੰ ਛੱਡਿਆ ਸੀ, ਭਾਵੇਂ ਉਸ ਨੂੰ ਛੱਡ ਕੇ ਜੰਗਲ ਦੇਸ਼ ਦੇ ਵਿੱਚ ਭਾਵ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਵਸਣਾ ਕਰੋ। ਕੈ ਮਿਲ ਜਾਓ ਸਾਥ ਵੱਡ ਭਰਾਤਾ। ਜਾਂ ਹੋ ਸਕੇ ਵੱਡੇ ਭਰਾਤਾ ਜੀ ਦੇ ਨਾਲ ਸਮਝੌਤਾ ਕਰਕੇ ਉਹਨਾਂ ਨਾਲ ਮਿਲ ਜਾਣਾ ਕਰੋ, ਕਿਉਂਕਿ ਬਾਬਾ ਪ੍ਰਿਥੀ ਚੰਦ ਹੀ ਪ੍ਰੇਰਣਾ ਦੇ ਕੇ ਸੁਲੀ ਖਾਨ ਦੀ ਫੌਜ ਚੜਾ ਰਹੇ ਹਨ। ਲਿਖਿਓ ਜੋ ਹਮ ਜਾ ਮੈਂ ਨੈ ਭ੍ਰਾਂਤਾ। ਸਤਿਗੁਰੂ ਜੀ, ਜੋ ਕੁਝ ਅਸੀਂ ਤੁਹਾਨੂੰ ਲਿਖਿਆ ਹੈ ਇਸ ਗੱਲ ਵਿੱਚ ਝੂਠ ਨਹੀਂ, ਕੋਈ ਭਰਮ ਸੰਦੇਹ ਨਹੀਂ ਹੈ। ਸੁਲੀ ਖਾਨ ਵਾਕਈ ਫੌਜ ਲੈ ਕੇ ਤੁਹਾਡੇ ਕੋਲ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਹਮਲਾ ਕਰਨ ਦੀ ਤਿਆਰੀ ਕਰੀ ਬੈਠਾ ਹੈ। ਜਹਾਂਗੀਰ ਤੇ ਕਰੇ ਬਹਾਨਾ। ਇੱਧਰ ਜਹਾਂਗੀਰ ਦੇ ਨਾਲ ਵੀ ਮਿਲ ਕਰਕੇ ਉਹਨਾਂ ਸਲਾਹਾਂ ਕੀਤੀਆਂ ਨੇ, ਬੜੇ ਬਹਾਨੇ ਉਹਨਾਂ ਨੇ ਬਣਾਏ ਹਨ। ਉਹ ਅੱਗੇ ਹੀ ਜਹਾਂਗੀਰ ਦੇ ਜਿਵੇਂ ਜਿਵੇਂ ਕਿਸੇ ਨੇ ਕੰਨ ਭਰੇ ਹਨ ਉਹਦੇ, ਕਿਉਂਕਿ ਜਹਾਂਗੀਰ ਅਸਲ ਦੇ ਵਿੱਚ ਪਹਿਲਾਂ ਇਹ ਜਿਹੜਾ ਸ਼ਰਾਬੀ ਕਬਾਬੀ ਹੋਣ ਕਰਕੇ ਇਹ ਤਖਤ ਤਾਂ ਕਿਸੇ ਤਰੀਕੇ ਦੇ ਨਾਲ ਹਾਸਲ ਕਰ ਲੈਂਦਾ ਹੈ, ਪਰ ਸ਼ਰਾਬੀ ਕਬਾਬੀ ਨਸ਼ਈ ਵਿਕਾਰੀ ਜਿਹੜਾ ਜੀਵਨ ਸੀ ਇਹਦਾ, ਇਹ ਆਪਣੇ ਫੈਸਲੇ ਆਪ ਨਹੀਂ ਸੀ ਲੈਂਦਾ। ਇਹ ਕੰਨਾਂ ਦਾ ਬੜਾ ਕੱਚਾ ਸੀਗਾ, ਜਿਹੋ ਜਿਹੇ ਦੇ ਕੰਨ ਕੋਈ ਭਰਦਾ ਹੈ ਉੱਦਾਂ ਦੇ ਕਾਰਜ ਕਰਦਾ, ਤੇ ਉਹ ਵੀ ਬਹਾਨੇ ਬਣਾ ਰਿਹਾ ਹੈ ਤੁਹਾਡੇ ਪ੍ਰਤੀ। ਚਾਹੇ ਤੁਮਾਰੇ ਪ੍ਰਾਨਨ ਹਾਨਾ। ਜਿਵੇਂ ਲੋਕਾਂ ਨੇ ਉਹਦੇ ਕੰਨ ਭਰੇ ਨੇ ਇਸ ਤਰੀਕੇ ਨਾਲ ਤਵਸਬੀ ਨੀਤੀ ਕਰਕੇ, ਈਰਖਾਲੂ ਸੁਭਾਅ ਕਰਕੇ ਉਹ ਵੀ ਤੁਹਾਡਾ ਨੁਕਸਾਨ ਕਰਨਾ ਚਾਹੁੰਦਾ ਹੈ। ਹਿਮ ਸੰਗਤ ਲਿਖ ਪਾਤੀ ਪਠੀ। ਇਸ ਤਰੀਕੇ ਨਾਲ ਗੁਰਮੁਖੋ ਬਹੁਤ ਪਿਆਰ ਦੇ ਵਿੱਚ ਭਿੱਜੀ ਸਾਰੀ ਜਾਣਕਾਰੀ ਦਿੰਦਿਆਂ, ਨਿਮਰਤਾ ਸਹਿਤ ਬੇਨਤੀ ਕਰਦਿਆਂ ਇਹ ਚਿੱਠੀ ਦਿੱਲੀ ਦੀ ਸੰਗਤ ਨੇ ਲਿਖ ਕਰਕੇ ਤਿਆਰ ਕੀਤੀ। ਗੁਰ ਢਿਗ ਪਹੁੰਚੀ ਖੋਲਤ ਪਠੀ। ਤੇ ਕਿਸੇ ਸੇਵਕ ਨੇ ਬੜੀ ਜਲਦੀ ਦੇ ਨਾਲ ਕਰਕੇ ਦਿੱਲੀ ਤੋਂ ਲਿਆ ਕੇ ਸਤਿਗੁਰਾਂ ਤੱਕ ਪਹੁੰਚਾਈ। ਜਦੋਂ ਸਤਿਗੁਰਾਂ ਕੋਲ ਗੁਰੂ ਕੀ ਨਗਰੀ ਅੰਮ੍ਰਿਤਸਰ ਇਸ ਸਥਾਨ ਤੇ ਚਿੱਠੀ ਪਹੁੰਚੀ, ਸਾਰਿਆਂ ਸੰਗਤਾਂ ਦੇ ਵਿੱਚ ਬੈਠਿਆਂ ਸਤਿਗੁਰਾਂ ਨੇ ਖੋਲ ਕੇ ਜਦੋਂ ਉਹ ਚਿੱਠੀ ਪੜ੍ਹੀ ਹੈ, ਉਤੇ ਮਸੰਦ ਕਿਤ ਗੁਰ ਤੀਰ। ਸਤਿਗੁਰੂ ਜੀ ਤੇ ਸਭ ਕੁਝ ਜਾਣੀ ਜਾਣਦੇ, ਪਤਾ ਹੈ ਉਹਨਾਂ ਨੂੰ ਕੀ ਵਰਤਣਾ ਹੈ, ਕਿਵੇਂ ਵਰਤਣਾ ਹੈ, ਕੀ ਹੋਣ ਵਾਲਾ ਹੈ, ਕਿਵੇਂ ਸੁਲੀ ਚੜ੍ਹ ਕੇ ਆਏਗਾ, ਕੀ ਉਹਦੇ ਨਾਲ ਵਰਤਣੀ ਹੈ। ਸਤਿਗੁਰਾਂ ਤੋਂ ਕੁਝ ਲੁਕਿਆ ਨਹੀਂ।
ਪਰ ਕੋਲ ਬੈਠੇ ਹੋਏ ਬਹੁਤ ਸਾਰੇ ਮਸੰਦ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਸਨ। ਸੁਨਤ ਬਾਰ ਜਨ ਲਾਗਿਓ ਤੀਰ। ਉਹਨਾਂ ਦੇ ਤੇ ਮਾਨੋ ਸਾਰੀ ਗੱਲ ਕਿ ਸੁਲੀ ਖਾਂ ਫੌਜ ਲੈ ਕੇ ਚੜ ਕੇ ਆ ਰਿਹਾ, ਇੱਕੋ ਦਮ ਮਾਨੋ ਤੀਰ ਵੱਜਿਆ ਹੋਵੇ, ਕਿਉਂਕਿ ਪੰਜਵੇਂ ਪਾਤਸ਼ਾਹ ਤੱਕ ਅਜੇ ਫੌਜਾਂ ਦੇ ਰੂਪ ਦੇ ਵਿੱਚ ਇਹ ਤਿਆਰੀਆਂ ਵੱਡੀਆਂ ਨਹੀਂ ਸਨ। ਕਿਉਂਕਿ ਇਸ ਵਕਤ ਤੱਕ ਅਜੇ ਜਿਸ ਢੰਗ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਹ ਦਰ ਘਰ ਦੀ ਇਹ ਮਰਿਆਦਾ ਸੀ, ਅਜੇ ਮੀਰੀ ਪੀਰੀ ਦੇ ਰੂਪ ਦੇ ਵਿੱਚ ਧਰਮ ਤੇ ਰਾਜਨੀਤੀ ਦਾ ਪ੍ਰਤੱਖ ਰੂਪ ਵਿੱਚ ਸੁਮੇਲ ਕਰਕੇ ਅਜੇ ਸੰਤ ਤੇ ਸਿਪਾਹੀ ਦਾ ਪ੍ਰਤੱਖ ਰੂਪ ਅਜੇ ਪ੍ਰਗਟ ਹੋਣਾ ਸੀਗਾ। ਮੀਰੀ ਤੇ ਪੀਰੀ ਦੇ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਜੇ 6ਵੇਂ ਜਾਮੇ ਦੇ ਵਿੱਚ ਆ ਕਰਕੇ ਇਹ ਆਪਣਾ ਰੂਪ ਪ੍ਰਗਟ ਕਰਨਾ ਸੀ। ਪਰ ਇਸ ਕਰਕੇ ਇਹ ਮਸੰਦ ਜਿਹੜੇ ਸਨ ਉਹਨਾਂ ਦੇ ਮਨੋਂ ਕਲੇਜੇ ਨੂੰ ਤੀਰ ਵੱਜਿਆ ਹੋਵੇ ਕਿ ਏਡੀ ਵੱਡੀ ਫੌਜ, ਦਿੱਲੀ ਦਾ ਹਾਕਮ ਫੌਜ ਲੈ ਕੇ ਚੜ ਕੇ ਆ ਰਿਹਾ ਹੈ। ਸਤਿਗੁਰ ਪਠ ਰਹਿ ਗਏ ਅਰੁਗਾਈ। ਸਤਿਗੁਰੂ ਪਾਤਸ਼ਾਹ ਜਾਣੀ ਜਾਣ ਸਨ ਕਿ ਜਿਹੜਾ ਚੜ ਕੇ ਆਉਣ ਵਾਲਾ ਹੈ ਅੰਮ੍ਰਿਤਸਰ ਦੀ ਨਗਰੀ ਵਿੱਚ। ਉਦੋਂ ਵੀ ਤੇ ਅੱਜ ਤੱਕ ਦੇ ਇਤਿਹਾਸ ਵਿੱਚ ਜਿੰਨੇ ਵੀ ਹਮਲਾ ਕੀਤਾ ਉਹਦਾ ਰਿਹਾ ਕੱਖ ਨਹੀਂ ਹੈ। ਭਾਵੇਂ ਕੋਈ ਵੀ ਸਮੇਂ ਦਾ ਹਾਕਮ ਹੋਵੇ, ਜਿਹੜਾ ਪ੍ਰੇਮ ਲੈ ਕੇ ਆਇਆ ਉਹ ਬਖਸ਼ਿਸ਼ਾਂ ਨਾਲ ਨਿਵਾਜਿਆ ਗਿਆ, ਸ਼ਰਧਾ ਨਾਲ ਆਇਆ ਹੈ ਉਹਨੂੰ ਦਾਤੇ ਨੇ ਰਹਿਮਤਾਂ ਨਾਲ ਨਿਵਾਜ ਦਿੱਤਾ ਹੈ। ਪਰ ਜਿਹੜਾ ਈਰਖਾ ਹੰਕਾਰ ਨਾਲ ਚੜ ਕੇ ਆਇਆ ਹੈ ਫਿਰ ਉਹਦਾ ਰਿਹਾ ਕੱਖ ਨਹੀਂ ਹੈ। ਇਹ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਦੇ ਸਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੀ ਚਿੱਠੀ ਪੜ੍ਹ ਸੁਣ ਕੇ ਜਾਣੀ ਜਾਣ ਸਤਿਗੁਰੂ ਜੀ ਸ਼ਾਂਤ ਹੋ ਗਏ। ਉਤੇ ਸਮੀਪ ਗਿਰਾ ਸਭ ਗਾਈ। ਇੱਧਰ ਜਿਵੇਂ ਲਾਗੇ ਬੈਠੇ ਮਸੰਦ ਆਦਿਕ ਸਨ, ਜਦੋਂ ਸਾਰੀ ਸਭਾ ਦੇ ਵਿੱਚ ਇਹ ਸਾਰੀ ਗੱਲਬਾਤ ਸਾਰਿਆਂ ਤੱਕ ਪਹੁੰਚੀ ਹੈ, ਬੜੋ ਕਸੂਦ ਬਣੈ ਇਮ ਹੋਏ। ਤੇ ਜਿਹੜੇ ਮਸੰਦ ਸੀ ਇਸ ਤਰੀਕੇ ਨਾਲ ਗੱਲਾਂ ਕਰਨ ਲੱਗ ਪਏ ਸਭ ਦੇ ਵਿੱਚ। ਇਹ ਤੇ ਬੜੀ ਕਸੂਤੀ ਗੱਲ ਹੋਈ, ਬੜਾ ਔਖਾ ਸਮਾਂ ਬਣ ਆਇਆ ਹੈ। ਬੈਰੀ ਕਰੇ ਆਨ ਕਰ ਢੋਏ। ਤੇ ਬੈਰੀ ਤੇ ਸਾਡੇ ਤੇ ਹਮਲਾ ਕਰਨ ਵਾਸਤੇ ਤਿਆਰੀ ਕਰਕੇ ਬੈਠਾ ਹੋਇਆ। ਹੁਣ ਇਹ ਵੈਰੀ ਸਾਡਾ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਬਿਲਕੁਲ ਨੇੜੇ ਹੀ ਢੁਕਿਆ ਹੋਇਆ ਹੈ। ਬਿਨਾ ਉਪਾਏ ਨਾ ਮਿਟ ਹੈ ਬਿਆਦੀ। ਤੇ ਸਤਿਗੁਰੂ ਜੀ ਇਸ ਵੈਰੀ ਤੋਂ ਬਚਣ ਵਾਸਤੇ ਕੋਈ ਨਾ ਕੋਈ ਹੀਲਾ ਵਸੀਲਾ ਤੇ ਕਰਨਾ ਚਾਹੀਦਾ। ਇਹੋ ਜੀਆਂ ਮੁਸੀਬਤਾਂ ਬਿਨਾ ਹੀਲੇ ਵਸੀਲੇ, ਬਿਨਾ ਉਪਾਅ ਕੀਤਿਆਂ ਇਹੋ ਜਿਹੇ ਮੁਸੀਬਤਾਂ ਤੋਂ ਬਚਿਆ ਨਹੀਂ ਜਾਂਦਾ ਹੈ। ਹੋਏ ਅਸਾਧ ਪੀਲੇ ਵੈ ਸਾਦੀ। ਵੱਡੇ ਵੱਡੇ ਨਾ ਹੋਣ ਵਾਲੇ ਕੰਮ, ਜਿਹੜੇ ਨਾ ਸਾਧਨ ਯੋਗ ਜਿਹੜੇ ਕੰਮ, ਅਸਾਧ ਕੰਮ ਵੀ ਹੁੰਦੇ ਨੇ ਨਾ, ਉਹ ਵੀ ਕਿਤੇ ਹੀਲਾ ਵਸੀਲਾ ਵਰਤ ਲਿਆ ਜਾਵੇ ਤੇ ਫਿਰ ਉਹ ਵੀ ਕੰਮ ਜਿਹੜੇ ਸਾਧੇ ਜਾਂਦੇ ਨੇ ਉਹਨਾਂ ਤੇ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਚੰਦੂ ਸੁਲਹੀ ਸ਼ਾਹ ਅਗਾਰੀ। ਹੁਣ ਕਿਉਂਕਿ ਇੱਕ ਪਾਸੇ ਚੰਦੂ ਹੈ, ਸੁਲੀ ਖਾਂ ਜਿਹੜਾ ਹੈ ਇਹ ਸਰਕਾਰੀ ਅਹਿਲਕਾਰ ਹੋਣ ਕਰਕੇ ਨਿਤ ਹਕੂਮਤ ਦੇ ਕੰਨਾਂ ਦੇ ਵਿੱਚ ਗੁਰੂ ਘਰ ਦੇ ਖਿਲਾਫ ਚੁਗਲੀਆਂ ਕਰਕੇ, ਨਿੰਦਿਆ ਕਰ ਕਰਕੇ ਅਨੇਕਾਂ ਤਰੀਕੇ ਦੇ ਨਾਲ ਵੈਰ ਭਾਵ ਪ੍ਰਗਟ ਕਰ ਰਹੇ ਨੇ, ਨਿਤ ਚੁਗਲੀਆਂ ਕਰਦੇ ਹਨ। ਵਧੇ ਬੜੇ ਅਫਰੇ ਹੰਕਾਰੀ। ਹੰਕਾਰ ਦੇ ਵਿੱਚ ਆਫਰੇ ਹੋਏ ਦਿਨ ਰਾਤ ਇਹ ਆਪਣੇ ਮਾੜੇ ਕਰਮਾਂ ਦੇ ਸਦਕਾ ਚੁਗਲੀਆਂ ਕਰਕੇ, ਨਿੰਦਿਆ ਕਰ ਕਰਕੇ ਹਕੂਮਤ ਨੂੰ ਗੁਰੂ ਘਰ ਦੇ ਖਿਲਾਫ ਭੜਕਾਉਂਦੇ ਰਹਿੰਦੇ ਹਨ। 300 ਮਿਲੋ ਪ੍ਰੀਤ ਉਪਜਾਏ। ਤੇ ਮਸੰਦ ਆਪਣੀ ਸੋਚ ਦੇ ਅਨੁਸਾਰ ਸਤਿਗੁਰਾਂ ਨੂੰ ਸਲਾਹ ਦਿੰਦੇ ਆ ਕਿ ਫਿਰ ਇਦਾਂ ਕਰੀਏ ਜੀ, ਆਪਾਂ ਫਿਰ ਕਿਉਂ ਨਾ ਆਪਾਂ ਪਿਆਰ ਪਾ ਕੇ ਇਹਨਾਂ ਦੇ ਨਾਲ ਹੀ ਸਾਂਝ ਪਾ ਲਈਏ, ਸੁਲੀ ਖਾਨ ਨਾਲ ਸਾਂਝ ਪਾ ਲਈਏ, ਚੰਦੂ ਵਰਗਿਆਂ ਨਾਲ ਹੀ ਪ੍ਰੀਤ ਪਾ ਲਈਏ। ਬੈਰ ਜ ਬਦਿਓ ਸ਼ਾਂਤ ਹੋਏ ਜਾਏ। ਤੇ ਜੇ ਚੰਦੂ ਨਾਲ ਪਿਆਰ ਪਾ ਲਵਾਂਗੇ, ਜੇ ਅਸੀਂ ਸੁਲੀ ਖਾਨ ਨਾਲ ਸਾਂਝ ਬਣਾ ਲਵਾਂਗੇ ਤੇ ਵਧਿਆ ਹੋਇਆ ਵੈਰ ਜਿਹੜਾ ਹੈ ਉਹ ਖਤਮ ਹੋ ਜਾਏਗਾ, ਸ਼ਾਂਤੀ ਬਣ ਜੇ। ਗੁਰੂ ਘਰ ਨੇ ਤੇ ਕਿਸੇ ਨਾਲ ਕੋਈ ਵੈਰ ਨਹੀਂ ਸੀ ਕਮਾਇਆ, ਹੰਕਾਰੀਆਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਨਹੀਂ ਬਣਦੀ। ਚੰਦੂ ਤੇ ਪਹਿਲਾਂ ਹੀ ਹੰਕਾਰ ਦੇ ਭਰੇ ਹੋਏ ਬੋਲ ਬੋਲਦਾ। ਸੁਲੀ ਖਾਂ ਵਰਗੇ ਇਹ ਯਤਨ ਕਰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਸ ਪੰਜਾਬ ਦੀ ਧਰਤੀ, ਖਾਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਸ ਤਰੀਕੇ ਨਾਲ ਸੰਗਤਾਂ ਦਾ ਪਿਆਰ ਬਣਿਆ ਹੈ ਤੇ ਉਹ ਉਹਨਾਂ ਦੇ ਜ਼ੁਲਮ ਦੇ ਖਿਲਾਫ ਲੋਕ ਆਵਾਜ਼ ਨਾ ਚੁੱਕ ਲੈਣ, ਇਸ ਕਰਕੇ ਇਸ ਆਵਾਜ਼ ਨੂੰ ਹਕੂਮਤ ਬੰਦ ਕਰਨਾ ਚਾਹੁੰਦੀ ਹੈ। ਉਹ ਪਰ ਮਸੰਦ ਇਹ ਸਲਾਹਾਂ ਦਿੰਦੇ ਨੇ ਕਿ ਸਤਿਗੁਰੂ ਆਪਾਂ ਨੂੰ ਤੇ ਉਹਨਾਂ ਨਾਲ ਮਿੱਤਰਤਾ ਪਾ ਲੈਣੀ ਚਾਹੀਦੀ ਹੈ, ਭਾਵ
ਅਣਖ ਗੈਰਤ ਗਵਾ ਕਰਕੇ ਝੁਕ ਕਰਕੇ ਉਹਨਾਂ ਨਾਲ ਸਾਂਝ ਪਾ ਲੈਣੀ ਚਾਹੀਦੀ ਹੈ। ਨਾਹੀਂ ਤਾਂ ਲੀਜੈ ਆਪ ਵਿਚਾਰੀ, ਨਹੀਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਦੱਸੋ, ਵਿਚਾਰ ਕਰੋ ਜਿਵੇਂ ਕੀਤਾ ਜਾ ਸਕੇ। ਮਿਲ ਮਿਲ ਕਰੈ ਸਾਉ ਢਿਗ ਚਾਰੀ। ਕਹਿੰਦੇ ਇਹ ਤੇ ਜਾ ਕੇ ਬਾਰ-ਬਾਰ ਹਕੂਮਤ ਦੇ ਕੋਲੇ ਤੇ ਚੁਗਲੀਆਂ ਨਿਤ ਕਰਦੇ ਰਹਿੰਦੇ ਨੇ। ਨਿਤ ਜਦੋਂ ਚੁਗਲੀਆਂ ਕਰੀ ਜਾਣਗੇ, ਹਕੂਮਤ ਨੂੰ ਸਾਡੇ ਖਿਲਾਫ, ਗੁਰੂ ਘਰ ਦੇ ਖਿਲਾਫ ਭੜਕਾਉਂਦੇ ਰਹਿਣਗੇ। ਜਿਉ ਕਿਉ ਕਰੈ ਰਸਾਵੇ ਸ਼ਾਹੂ। ਇਸ ਤਰ੍ਹਾਂ ਨਿਤ ਚੁਗਲੀਆਂ ਕਰਦਿਆਂ ਆਖਰਕਾਰ ਬਾਦਸ਼ਾਹ ਨੂੰ ਰੋਸ ਗੁੱਸੇ ਦੇ ਵਿੱਚ ਲੈ ਕੇ ਆਉਣਗੇ। ਫਿਰ ਆਖਰਕਾਰ ਬਾਦਸ਼ਾਹ ਕ੍ਰੋਧਿਤ ਹੋ ਜਾਏਗਾ। ਬਿਗੜਨ ਹਿਤ ਪਹੁੰਚੈ ਤੁਮ ਪਾਹੂ। ਤੇ ਜਦੋਂ ਹੁਣ ਵਿਗਾੜ ਕਰਨ ਵਾਸਤੇ ਚੁਗਲੀ ਉਹ ਕਰਨ ਵਾਲੇ ਨਿਤ ਚੁਗਲੀਆਂ ਹੀ ਕਰੀ ਜਾਣ, ਤੇ ਫਿਰ ਆਖਰਕਾਰ ਤੇ ਹਕੂਮਤ ਵੱਲੋਂ, ਬਾਦਸ਼ਾਹ ਵੱਲੋਂ ਕੋਈ ਨਾ ਕੋਈ ਤੁਹਾਡੇ ਉੱਪਰ ਹਮਲਾ ਕੀਤਾ ਜਾਏਗਾ। ਸੁਨ ਮਸੰਦ ਕਮ ਦਿਲ ਕੀ ਬਾਨੀ। ਸਤਿਗੁਰੂ ਪਾਤਸ਼ਾਹ ਨੇ ਕੰਮ ਦਿਲੇ, ਘੱਟ ਦਿਲ ਵਾਲੇ, ਹੌਲੇ ਦਿਲ ਵਾਲੇ ਜਿਹੜੇ ਮਸੰਦ ਸੀ ਨਾ, ਸੁਨ ਮਸੰਦ ਕੰਮ ਦਿਲ ਕੀ ਬਾਨੀ, ਇਹ ਕੰਮ ਦਿਲੇ ਸੀ, ਭਾਵ ਜਿਨ੍ਹਾਂ ਦੇ ਹੌਲੇ ਦਿਲ ਸੀ, ਛੋਟੇ ਦਿਲ ਸੀਗੇ, ਉਹਨਾਂ ਦੀ ਗੱਲਬਾਤ ਜਦੋਂ ਸਤਿਗੁਰੂ ਪਾਤਸ਼ਾਹ ਨੇ ਮਸੰਦਾਂ ਦੀ ਇਹ ਸਾਰੀ ਚਰਚਾ ਸੁਣੀ ਹੈ, ਜਿਨ੍ਹਾਂ ਦੇ ਮਨ 'ਚ ਬੜਾ ਡਰ ਸੀ। ਕੀਨ ਮੌਨ ਗੁਰ ਕਛ ਨਾ ਬਖਾਨੀ। ਜਾਣੀ ਜਾਣ ਦਾਤਾ ਜੀ ਤੇ ਜਾਣਦੇ ਨੇ ਕਿ ਸੁਲੀ ਚੜ੍ਹ ਕੇ ਤੇ ਆਏਗਾ, ਪਰ ਇਸ ਅੰਮ੍ਰਿਤਸਰ ਨਗਰੀ ਤੱਕ ਨਹੀਂ ਪਹੁੰਚ ਪਾਏਗਾ। ਉਹਦਾ ਆਪਣੇ ਹੀ ਮਾੜੀ ਸੋਚ ਕਰਕੇ ਉਹਦਾ ਨੁਕਸਾਨ ਕਿਵੇਂ ਹੋਣਾ ਹੈ, ਗੁਰੂ ਸਾਹਿਬ ਤੋਂ ਲੁਕਿਆ ਨਹੀਂ ਸੀਗਾ। ਇਸ ਕਰਕੇ ਸਤਿਗੁਰੂ ਜੀ ਤੇ ਜਾਣੀ ਜਾਣ ਪਾਤਸ਼ਾਹ ਸ਼ਾਂਤ ਰਹਿੰਦੇ ਨੇ, ਕੁਝ ਨਹੀਂ ਬੋਲਦੇ। ਪੁਨ ਕਹਿਓ ਸ੍ਰੀ ਗੁਰੂ ਸੁਨੀਜੈ। ਇਧਰ ਮਸੰਦਾਂ ਦੇ ਮਨ ਡਰੇ ਹੋਏ ਨੇ, ਉਹ ਡਰਦੇ ਕਰਕੇ ਭਿੱਜੇ ਹੋਏ ਮਸੰਦ ਉਸ ਵਕਤ ਫੇਰ ਸਤਿਗੁਰਾਂ ਨੂੰ ਇਦਾਂ ਕਹਿੰਦੇ ਨੇ, ਸਤਿਗੁਰੂ ਜੀ ਸਾਡੀ ਬੇਨਤੀ ਸੁਣੋ। ਤੁਰਕ ਰਾਜ ਬੜ ਬਲੀ ਲਖੀਜੈ। ਇਹ ਤੁਰਕਾਂ ਦਾ ਰਾਜ ਭਾਗ ਬੜਾ ਵੱਡਾ ਹੈ, ਏਡੀ ਵੱਡੀ ਤਾਕਤ ਨਾਲ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ। ਰਾਜ ਵੀ ਬੜੇ ਨੇ, ਜਦੋਂ ਕੋਈ ਸੱਚ ਦੀ ਗੱਲ ਕਰੇ, ਹੱਕ ਦੀ ਗੱਲ ਕਰੇ, ਲੋਕ ਕਹਿੰਦੇ ਸਰਕਾਰਾਂ ਨਾਲ ਵੀ ਕੋਈ ਮੱਥੇ ਲਾਏ ਜਾ ਸਕਦੇ, ਏਡੇ ਵੱਡੇ ਵੱਡੇ ਤਖਤਾਂ ਨਾਲ ਵੀ ਕੋਈ ਮੱਥੇ ਲਾਏ। ਅੱਜ ਵੀ ਬੜੇ ਨੇ ਉਸੇ ਸੋਚ ਵਾਲੇ ਜਿਹੜੇ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਕਿ ਹਕੂਮਤ ਨਾਲ ਕਿਵੇਂ ਮੱਥਾ ਲਾਇਆ ਜਾ। ਗੱਲ ਹੱਕ ਤੇ ਸੱਚ ਦੀ ਹੋਇਆ ਕਰਦੀ ਹੈ, ਤੇ ਹੱਕ ਤੇ ਸੱਚ ਦੇ ਰਾਹ ਤੇ ਤੁਰਦਿਆਂ ਹੋਇਆਂ ਵੱਡੀਆਂ ਵੱਡੀਆਂ ਕਈ ਵਾਰ ਕੁਰਬਾਨੀਆਂ ਵੀ ਦੇਣੀਆਂ ਪੈ ਜਾਇਆ ਕਰਦੀਆਂ ਨੇ। ਪਰ ਇਹ ਨਹੀਂ ਕਿ ਹੁਣ ਹਕੂਮਤ ਦੇ ਡਰ ਕਰਕੇ ਉਹਨਾਂ ਦੇ ਜ਼ੁਲਮ ਅੱਗੇ ਕੋਈ ਝੁਕ ਜਾਵੇ। ਇਹ ਬਾਬੇ ਨਾਨਕ ਦੇ ਘਰ ਨੇ ਸਿਖਾਇਆ ਨਹੀਂ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਇਹ ਨਾ ਹੋਵੇ ਕਿ ਹਕੂਮਤ ਜ਼ੁਲਮ ਕਰੇ, ਅਤਿਆਚਾਰ ਕਰੇ ਤੇ ਅਸੀਂ ਚੁੱਪ ਕਰਕੇ ਸਹਾਰੀ ਜਾਈ। ਇਹ ਗੁਰੂ ਨਾਨਕ ਦੇ ਘਰ ਦੇ ਵੱਲੋਂ ਬੜੇ ਸੁੰਦਰ ਢੰਗ ਨਾਲ ਹਰ ਚੀਜ਼ ਦਾ ਹੱਲ ਕਰਨਾ ਤੇ ਹਰ ਮੁਸ਼ਕਲ ਦਾ ਮੁਕਾਬਲਾ ਕਰਕੇ ਉੱਤੇ ਜਿੱਤ ਪ੍ਰਾਪਤ ਕਰਨੀ ਵੀ ਸਿਖਾਈ। ਇਹ ਮਾੜੇ ਦਿਲ ਵਾਲੇ ਬਾਰ-ਬਾਰ ਕਹਿੰਦੇ ਤੁਰਕਾਂ ਦਾ ਵੱਡਾ ਰਾਜ ਭਾਗ ਹੈ, ਉਹਨਾਂ ਨਾਲ ਕੌਣ ਜਿੱਤ ਸਕਦਾ ਹੈ, ਬੜੀ ਤਾਕਤ ਹੈ ਉਹਨਾਂ ਕੋਲ। ਸਤਿਗੁਰੂ ਜੀ ਹਿੰਦਨ ਕੋ ਮਤ ਮਾਨੈ ਥੋਰਾ। ਉਹ ਤੇ ਹਿੰਦੂਆਂ ਨੂੰ ਜਿਨ੍ਹਾਂ ਦੀ ਬੜੀ ਗਿਣਤੀ ਹੈ ਉਹਨਾਂ ਨੂੰ ਵੀ ਕੁਝ ਨਹੀਂ ਸਮਝਦਾ, ਤੇ ਸਿੱਖਾਂ ਦੀ ਕਿੰਨੀ ਕੋ ਗਿਣਤੀ ਹੈ। ਸਤਿਗੁਰੂ ਜੀ ਇਹਨਾਂ ਤਾਕਤਾਂ ਨਾਲ ਮੁਗਲਾਂ ਨਾਲ ਕੌਣ ਮੱਥਾ ਲਾਵੇਗਾ। ਪੁਨ ਸੁਲਹੀ ਪਾਪੀ ਬੜ ਘੋਰਾ। ਫਿਰ ਸੁਲਹੀ ਖਾਨ ਬਾਰੇ ਸੁਣਿਆ ਹੈ, ਬੜਾ ਵੱਡਾ ਪਾਪੀ ਹੈ, ਬੜਾ ਵੱਡਾ ਜ਼ਾਲਮ ਹੈ ਸੁਲਹੀ ਖਾਨ। ਆਗੇ ਆਏ ਜਨਾਇਓ ਜੋਰ। ਪਹਿਲਾਂ ਵੀ ਉਹਨੇ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਆ ਕੇ ਜਦੋਂ ਹਮਲਾ ਕਰਨ ਲੱਗਿਆ ਆਪਣੀ ਤਾਕਤ ਵਿਖਾਈ ਸੀ। ਨਿਕਸੇ ਆਪ ਵਡਾਲੀ ਔਰ। ਤੇ ਸਤਿਗੁਰੂ ਜੀ ਆਪ ਜੀ ਗੁਰੂ ਕੀ ਨਗਰੀ ਛੱਡ ਕੇ, ਭਾਵ ਅੰਮ੍ਰਿਤਸਰ ਨਗਰੀ ਛੱਡ ਕੇ ਫਿਰ ਵਡਾਲੀ ਪਿੰਡ ਵਿੱਚ ਉਦੋਂ ਚਲੇ ਗਏ ਸੀ, ਜਿਹਨੂੰ ਅੱਜ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ, ਜਿੱਥੇ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ। ਕਿ ਆਪ ਜੀ ਫਿਰ ਉਸ ਵਕਤ ਵਡਾਲੀ ਵਾਲੇ ਨਗਰ ਚਲੇ ਗਏ। ਸੋ ਹਮਰੋ ਕਹਿਨੋਈ ਬਨ ਆਵੈ। ਮਸੰਦ ਸਲਾਹਾਂ ਦਿੰਦੇ ਨੇ, ਦਾਤਾ ਜੀ ਸਾਡਾ ਤੇ ਕਹਿਣਾ ਹੀ ਬਣਦਾ ਹੈ, ਕਰੋ ਆਪ ਜੈਸੇ ਮਨ ਭਾਵੈ। ਬਾਕੀ ਜਿਵੇਂ ਆਪ ਜੀ ਦਾ ਮਨ ਭਾਉਂਦਾ ਹੈ, ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਵੇਂ ਆਪ ਜੀ ਕਰਨਾ ਕਰੋ। ਤੁਮ ਸੁਖ ਤੇ ਸੁਖ ਸਦਾ ਹਮਾਰੇ। ਦਾਤਾ ਜੀ ਤੁਹਾਡੇ ਸੁੱਖ ਨਾਲ ਹੀ ਸਾਡੇ ਸੁੱਖ ਜੁੜੇ ਹਨ, ਤੁਸੀਂ ਸੁਖੀ ਤੇ ਅਸੀਂ ਸੁਖੀ ਹਾਂ, ਤੁਹਾਡੇ ਕਰਕੇ ਹੀ ਸਾਡੇ ਜੀਵਨ ਵਿੱਚ ਸਾਰੇ ਸੁੱਖ ਹਨ। ਹੁਣ ਸ਼ੁਭਾ ਸ਼ੁਭ ਕੀਨ ਉਚਾਰੇ। ਸੋ ਸਤਿਗੁਰੂ ਜੀ ਜੋ ਚੰਗਾ ਸੀ, ਯੋਗ ਸੀ, ਮਾੜਾ ਚੰਗਾ ਵਿਚਾਰ ਕਰਕੇ ਅਸੀਂ ਤੁਹਾਡੇ ਸਾਹਮਣੇ ਆਪਣੀ ਗੱਲ
ਰੱਖੀ ਹੈ। ਇਦਾਂ ਮਸੰਦ ਸਤਿਗੁਰਾਂ ਨੂੰ ਆਪਣੀਆਂ ਮਾਤਾਂ ਅਨੁਸਾਰ ਸਲਾਹਾਂ ਦਿੰਦੇ ਹਨ। ਦੂਸ਼ਣ ਕਰਨ ਸਮੂਹ ਅਬ ਨਾਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਹੁਣ ਚੁੱਪ ਕਰਕੇ ਰਹਿਣ ਦਾ ਸਮਾਂ ਨਹੀਂ ਹੈ। ਚੁੱਪ ਕੀਤਿਆਂ ਗੱਲ ਨਹੀਂ ਬਣੇਗੀ, ਹੁਣ ਚੁੱਪ ਨਹੀਂ ਕਰਨਾ ਚਾਹੀਦਾ। ਪੂਰਬ ਯਤਨ ਸਕਲ ਬਨ ਜਾਹੀ। ਇਸ ਕਰਕੇ ਪਹਿਲਾਂ ਯਤਨ ਕੀਤੇ ਹੁਣ ਮੁਸੀਬਤ ਦਾ ਟਾਕਰਾ ਕਰਨ ਦੇ ਤੇ ਮੁਸੀਬਤ ਦਾ ਹੱਲ ਹੋ ਜਾਂਦਾ ਹੈ। ਬਨੈ ਨਹੀਂ ਤਤਕਾਲ ਉਪਾਏ। ਇੱਕੋ ਦਮ ਰਾਤੋਂ ਰਾਤ ਤਤਕਾਲ ਕੋਈ ਹੀਲਾ ਵਸੀਲਾ ਕਈ ਵਾਰ ਨਹੀਂ ਬਣਦਾ ਹੈ। ਖਨੈ ਕੂਪ ਕਿਵੇਂ ਆਗ ਲਗਾਏ। ਕਿ ਜਿਵੇਂ ਅੱਗ ਲੱਗੀ ਹੋਵੇ ਤੇ ਫਿਰ ਬੰਦਾ ਖੂਹ ਖੋਦਣਾ ਚਾਹਵੇ, ਭਾਵ ਉਸ ਵਕਤ ਖੂਹ ਪੁੱਟਣ ਦੀ ਤਿਆਰੀ ਕਰਕੇ ਬੈਠਾ ਹੋਵੇ, ਇੱਧਰੋਂ ਅੱਗ ਲੱਗੀ ਹੋਵੇ ਤੇ ਸੋਚੇ ਕਿ ਖੂਹ ਪੁੱਟ ਕੇ ਪਾਣੀ ਨਿਕਲੇਗਾ ਤੇ ਫੇਰ ਜਾ ਕੇ ਅੱਗ ਦੇ ਉੱਪਰ ਪਾਣੀ ਪਾਵਾਂਗੇ। ਅੱਗ ਲੱਗਣ ਤੇ ਫਿਰ ਖੂਹ ਨਹੀਂ ਪੁੱਟੇ ਜਾਂਦੇ, ਪਹਿਲਾਂ ਹੀ ਅੱਗ ਲੱਗਣ ਤੋਂ ਬਚਣ ਵਾਸਤੇ ਖੂਹ ਪੁੱਟ ਕੇ ਤਿਆਰੀ ਰੱਖਣੀ ਪੈਂਦੀ ਹੈ। ਸੋਚਤ ਜਲ ਸਗਰੋ ਬਹਿ ਜਾਏ। ਹੁਣ ਕਿਤੇ ਹੜ੍ਹ ਤੇ ਬਚਣਾ ਹੋਵੇ ਤੇ ਪਹਿਲਾਂ ਹੀ ਬੰਨ ਲਾਉਣਾ ਪੈਂਦਾ, ਤੇ ਜੇ ਅਸੀਂ ਪਹਿਲਾਂ ਹੀ ਬੰਨ ਨਾ ਲਾਈਏ ਤੇ ਕਈ ਵਾਰ ਹੜ੍ਹ ਜਿਹੜੇ ਨੇ ਉਹ ਨੁਕਸਾਨ ਕਰ ਜਾਂਦੇ ਨੇ। ਜੇ ਸਮੇਂ ਸਿਰ ਪਤਾ ਲੱਗ ਜੇ ਕਿ ਇੱਥੇ ਆ ਹੜ੍ਹ ਆਉਣ ਵਾਲਾ ਏ, ਬੰਨੇ ਕੱਚੇ ਨੇ, ਪੱਕੇ ਕਰ ਦਿੱਤੇ ਜਾਣ ਤੇ ਹੜ੍ਹ ਤੋਂ ਬਚਾਅ ਹੋ ਸਕਦਾ ਹੈ। ਸਰੇ ਕਾਂ ਪੁਨ ਸੇਤ ਬੰਦਾ ਏ। ਪਰ ਜੇ ਮੰਨ ਲਓ ਹੜ੍ਹ ਆ ਹੀ ਗਿਆ, ਪਾਣੀ ਨਿਕਲ ਗਿਆ, ਫਿਰ ਅਸੀਂ ਬੰਨ ਮਾਰਦੇ ਫਿਰੀਏ, ਫਿਰ ਕਿਵੇਂ ਗੱਲ ਬਣੇਗੀ। ਸ੍ਰੀ ਅਰਜਨ ਸੁਨ ਕੀਨ ਬਖਾਨਾ। ਧੰਨ ਗੁਰੂ ਅਰਜਨ ਸਾਹਿਬ ਅੰਤਰਜਾਮੀ ਦਾਤਾ ਜੀ, ਜਾਣੀ ਜਾਣ ਸਤਿਗੁਰੂ ਪਾਤਸ਼ਾਹ, ਭੂਤ ਭਵਿੱਖ ਵਰਤਮਾਨ ਦੇ ਜਾਣਨਹਾਰ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਰੀ ਗੱਲ ਮਸੰਦਾ ਦੀ ਸੁਣ ਕੇ ਫਿਰ ਇਵੇਂ ਸਤਿਗੁਰੂ ਬਚਨ ਕਰਦੇ ਹਨ। ਚਿਤ ਮੈਂ ਚਿੰਤ ਨਾ ਕਰੋ ਮਹਾਨਾ। ਕਹਿਣ ਲੱਗੇ ਭਾਈ ਕਿਉਂ ਚਿੰਤਾ ਮਨ ਵਿੱਚ ਕਰਕੇ ਬੈਠੇ ਹੋ, ਕਿਸੇ ਪ੍ਰਕਾਰ ਦਾ ਫਿਕਰ ਨਾ ਕਰਨਾ ਕਰੋ। ਐਵੇਂ ਮਨ ਵਿੱਚ ਬਿਨਾਂ ਕਾਰਨ ਤੋਂ ਵੱਡੇ ਡਰ ਨੂੰ ਪਾਲ ਕੇ ਬੈਠੇ ਹੋ, ਇਸ ਕਰਕੇ ਕਿਸੇ ਪ੍ਰਕਾਰ ਦੀ ਚਿੰਤਾ ਕਰਨੀ ਛੱਡ ਦਵੋ। ਹੋਣਹਾਰ ਆਵਸ਼ਕ ਹੋਏ। ਜਿਹੜਾ ਹੋਣਾ ਹੈ ਉਹ ਹੋ ਕਰਕੇ ਰਹੇਗਾ, ਜਿਹੜੀ ਭਾਵੀ ਵਰਤਣੀ ਹੈ ਉਹ ਵਰਤ ਕੇ ਰਹੇਗੀ। ਇਸ ਕਰਕੇ ਮਨ ਦੇ ਵਾਧੂ ਦੇ ਫਿਕਰ ਛੱਡ ਦੇਣਾ ਕਰੋ। ਬੁੱਧ ਤੇ ਬਲ ਤੇ ਮਿਟੈ ਨਾ ਸੋਏ। ਤੇ ਜਿਹੜਾ ਕੰਮ ਹੋਣਾ ਹੈ ਉਹ ਸਾਡੀ ਬੁੱਧੀ ਦੇ ਨਾਲ, ਸਾਡੇ ਬਲ ਦੇ ਨਾਲ ਕਿਸੇ ਵੀ ਤਰੀਕੇ ਨਾਲ ਉਸ ਹੋਣ ਤੋਂ ਬਚਾਇਆ ਨਹੀਂ ਜਾ ਸਕਦਾ। ਕਿ ਜਿਹੜਾ ਕੰਮ ਹੋਣਾ ਹੈ ਉਹ ਹੋ ਕੇ ਰਹਿਣਾ ਹੈ, ਹੋਣੀ ਨੂੰ ਨਹੀਂ ਕੋਈ ਪਲਟ ਸਕਦਾ ਹੈ। ਸ੍ਰੀ ਕਰਤਾਰ ਕਿਉ ਜਿਮ ਭਾਣਾ। ਜਿਸ ਤਰੀਕੇ ਨਾਲ ਕਰਤਾਰ ਜਿਹੜਾ ਸਾਰਾ ਕੁਝ ਸਿਰਜਣਹਾਰ, ਸਾਰੀ ਦੁਨੀਆ ਨੂੰ ਚਲਾਉਣ ਵਾਲਾ, ਜਿਵੇਂ ਉਹਦਾ ਭਾਣਾ ਹੈ, ਜਿਵੇਂ ਉਹਦੀ ਰਜਾ ਹੈ, ਉਸੇ ਤਰੀਕੇ ਨਾਲ ਕਾਰਜ ਹੁੰਦੇ ਹਨ। ਸੋ ਕੈਸਿਓ ਨਿਸਵਲ ਨਹਿ ਜਾਣਾ। ਤੇ ਚੇਤੇ ਰੱਖਿਓ ਜੋ ਕਰਤਾਰ ਦੇ ਪਰਮੇਸ਼ਰ ਦੇ ਭਾਣੇ ਵਿੱਚ ਹੈ, ਜੋ ਉਹਦੇ ਹੁਕਮ ਦੇ ਵਿੱਚ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ, ਉਹ ਨਿਸ਼ਫਲ ਨਹੀਂ ਕੀਤਾ ਜਾ ਸਕਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਜੋ ਪਰਮੇਸ਼ਰ ਕਰਿਓ ਨਾ ਚਾਹੈ। ਤੇ ਜਿਹੜਾ ਕੰਮ ਪਰਮੇਸ਼ਰ ਕਰਨਾ ਨਹੀਂ ਚਾਹੁੰਦਾ ਹੈ, ਜੋ ਉਹਨੂੰ ਨਹੀਂ ਮਨਜ਼ੂਰ ਹੈ, ਹੋਏ ਨਾ ਸੋ ਨਰ ਕਿਤੋ ਉਮਾ ਹੈ। ਦੁਨੀਆ ਜ਼ੋਰ ਲਾ ਕੇ ਵੇਖ ਲਵੇ, ਕਿਤਨਾ ਯਤਨ ਕਰਕੇ ਵੇਖ ਲਵੇ, ਉਹ ਕੰਮ ਕਿਸੇ ਤਰੀਕੇ ਨਾਲ ਹੁੰਦਾ ਨਹੀਂ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ, ਸੋ ਹੋਏ ਲੋਕ ਛਾਲਾਂ ਤੇ ਦੁਨੀਆ ਬਥੇਰੀ ਮਾਰਦੀ ਹੈ, ਪਰ ਹੁੰਦਾ ਉਹ ਹੈ ਜੋ ਕਰਤਾ ਪਰਮਾਤਮਾ ਨੂੰ ਚਾਹੁੰਦਾ। ਕਈ ਵਾਰ ਬੰਦਾ ਜਾਣਾ ਚਾਹਵੇ ਪੂਰਬ ਵੱਲੋਂ, ਰੱਬ ਪੱਛਮ ਵੱਲ ਲੈ ਜਾਂਦਾ। ਕੋਈ ਪੱਛਮ ਨੂੰ ਜਾਣ ਦੀ ਤਿਆਰੀ ਕਰਕੇ ਬੈਠਾ ਹੋਵੇ, ਰੱਬ ਪੂਰਬ ਵਾਲੇ ਪਾਸੇ ਲੈ ਜਾਂਦਾ। ਬੰਦਾ ਕੁਛ ਚਾਹੁੰਦਾ ਹੈ, ਨਰ ਚਾਹਤ ਕਛ ਔਰ ਹੈ ਕੀ ਔਰ ਹੈ ਪਈ। ਬੰਦਾ ਕੁਝ ਚਾਹੁੰਦਾ ਹੈ, ਰੱਬ ਕੁਝ ਹੋਰ ਸੋਚ ਕੇ ਬੈਠਾ ਹੈ। ਇਸ ਕਰਕੇ ਉਹੀ ਹੁੰਦਾ ਹੈ ਜੋ ਪਰਮਾਤਮਾ ਚਾਹੁੰਦਾ ਹੈ। ਜਾਣੀ ਜਾਣ ਸਤਿਗੁਰੂ ਜਾਣਦੇ ਨੇ ਕੀ ਵਰਤਣ ਵਾਲਾ ਹੈ। ਇਸ ਕਰਕੇ ਕਹਿੰਦੇ ਨੇ ਕਿ ਉਹ ਪਰਮੇਸ਼ਰ ਜੋ ਕਰਦਾ ਹੈ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੁੰਦਾ ਹੈ। ਅਸਮਨ ਜਾਨ ਕਰੋ ਭਰਵਾਸਾ। ਇਸ ਕਰਕੇ ਇਹ ਗੱਲ ਮਨ ਵਿੱਚ ਦ੍ਰਿੜ ਰੱਖ ਕਰਕੇ ਇਹ ਭਰੋਸਾ ਮਨ ਵਿੱਚ ਟਿਕਾਉਣਾ ਕਰੋ, ਰੱਬ ਜੋ ਕਰੇਗਾ ਭਲਾ ਕਰੇਗਾ। ਦੇਖੋ ਜੈਸੇ ਹੋਏ ਤਮਾਸ਼ਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵਹਿੰਦੇ ਰਹੋ ਹੁਣ ਕਿਸ ਤਰੀਕੇ ਨਾਲ ਇਹ ਰੱਬ ਦੇ ਘਰ ਦੇ ਚੋਜ ਤਮਾਸ਼ੇ ਵਰਤਦੇ ਨੇ। ਉਸ ਘਰ ਦੇ ਇਹ ਖੇਡਾਂ ਹੀ ਨੇ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ ਵਾਲੀ ਕਲਾ ਹੈ। ਤੇ ਉਹ ਖੇਡਾਂ ਨੇ ਜਿਹਦੇ ਬਾਰੇ ਦਸ਼ਮੇਸ਼ ਜੀ ਕਹਿੰਦੇ ਨੇ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ ਹੈ। ਤੇ ਜਗਤ ਦਾ ਤਮਾਸ਼ਾ ਹੈ
ਜਿਵੇਂ ਹੋਏਗਾ ਤੁਸੀਂ ਵੇਖੋ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਰੱਬ ਭਲੀ ਕਰੇਗਾ। ਦੋਹਰਾ ਚਿਤਵਤ ਕਾਰਜ ਅਨਕੋ ਸੁਲਹੀ ਚੈਤ ਪਿਆਨ। ਇੱਧਰ ਦਿੱਲੀ ਦੀ ਧਰਤੀ ਤੇ ਸੁਲਹੀ ਖਾਨ ਹੁਣ ਆਪਣੀ ਫੌਜ ਇਕੱਠੀ ਕਰਕੇ ਗੁਰੂ ਨਗਰੀ ਦੇ ਵਿੱਚ ਹਮਲਾ ਕਰਨ ਦੀ ਤਿਆਰੀ ਕਰਨ ਵਾਸਤੇ ਵਿਉਂਤਾ ਬਣਾ ਰਿਹਾ ਹੈ। ਗਮਨਿਓ ਸ਼ਾਹ ਸਮੀਪ ਤਬ ਤਸਲੀਮਾਤ ਬਖਾਨ। ਉਸ ਵਕਤ ਦਿੱਲੀ ਦੇ ਹਾਕਮ ਬਾਦਸ਼ਾਹ ਦੇ ਕੋਲ ਜਾ ਕਰਕੇ ਉਹਨੇ ਕਿਸੇ ਤਰ੍ਹਾਂ ਪਹੁੰਚ ਕੀਤੀ, ਜਾ ਕਰਕੇ ਸਲਾਮ ਕੀਤੀ ਹੈ, ਝੁਕ ਕਰਕੇ ਬਾਦਸ਼ਾਹ ਨੂੰ ਮਿਲਿਆ ਹੈ। ਚੌਪਈ ਜਬ ਅਵਕਾਸ਼ ਕਹਿਨ ਕੋ ਪਾਇਓ। ਜਦੋਂ ਉਹਨੇ ਵੇਖਿਆ ਥੋੜਾ ਜਿਹਾ ਸਮਾਂ ਯੋਗ ਬਣਿਆ ਹੈ ਬਾਦਸ਼ਾਹ ਨਾਲ ਗੱਲਬਾਤ ਕਰਨ ਦਾ, ਤੇ ਸੁਲਹੀ ਖਾਨ ਨੇ ਦਿੱਲੀ ਦੀ ਧਰਤੀ ਤੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੋਲ ਉਸ ਵਕਤ ਉਹਦੇ ਕੰਨ ਭਰਦਿਆਂ ਹੋਇਆਂ ਆਪਣੀ ਗੱਲ ਇਵੇਂ ਕਰਕੇ ਰੱਖਣੀ ਸ਼ੁਰੂ ਕੀਤੀ। ਤਬ ਸੁਲਹੀ ਕਰ ਜੋਰ ਅਲਾਇਓ। ਦੋਵੇਂ ਹੱਥ ਜੋੜ ਕਰਕੇ ਬੜਾ ਨਿਮਰਤਾ ਦੇ ਵਿੱਚ ਝੁਕ ਕਰਕੇ ਦੀਨ ਜਿਹਾ ਬਣ ਕੇ ਬਾਦਸ਼ਾਹ ਦੇ ਸਾਹਮਣੇ ਇਦਾਂ ਸੁਲਹੀ ਆਖਦਾ ਹੈ, ਮਾਝੇ ਦੇਸ਼ ਚਹਿਤ ਮੈਂ ਗਇਓ। ਕਿ ਪੰਜਾਬ ਦੀ ਧਰਤੀ ਤੇ ਮਾਝੇ ਦਾ ਜਿਹੜਾ ਇਲਾਕਾ ਹੈ, ਮੈਂ ਬਾਦਸ਼ਾਹ ਮਹਾਰਾਜ ਬਾਦਸ਼ਾਹ ਸਲਾਮਤ ਉਸ ਇਲਾਕੇ ਦੇ ਵਿੱਚ ਜਾਣਾ ਚਾਹੁੰਦਾ ਹਾਂ। ਕਛੂ ਕਾਰ ਤੈ ਅਵਤਰ ਭਇਓ। ਕਿ ਮੈਨੂੰ ਜਿਵੇਂ ਜਿਵੇਂ ਖਬਰਾਂ ਮਿਲੀਆਂ ਨੇ ਕਿ ਉੱਥੇ ਕੁਝ ਅਫੜਾ ਤਫੜੀ ਦਾ ਮਾਹੌਲ ਜਿਹਾ ਬਣਿਆ ਹੋਇਆ, ਕੁਝ ਵਿਗਾੜ ਪੈਦਾ ਹੋਈ ਪਈ ਹੈ ਉਸ ਅਸਥਾਨ ਦੇ ਉੱਪਰ, ਤੇ ਮਾਝੇ ਦੀ ਨਗਰੀ ਭਾਵ ਮਾਝੇ ਦਾ ਇਲਾਕਾ ਪੰਜਾਬ ਦੀ ਧਰਤੀ ਦਾ ਜਿਹੜਾ ਵਿਚਕਾਰਲਾ ਇਲਾਕਾ ਹੈ ਮਾਝਾ, ਉਸ ਥਾਂ ਦੀ ਅਫੜਾ ਤਫੜੀ ਭਾਵ ਮਾੜੇ ਜਿਹੜਾ ਮਾਹੌਲ ਵਿਗੜ ਰਿਹਾ ਹੈ, ਮੈਨੂੰ ਕੁਝ ਖਬਰਾਂ ਐਸੀਆਂ ਮਿਲੀਆਂ ਹਨ। ਸ੍ਰੀ ਅਰਜਨ ਜਗ ਗੁਰੂ ਕਹਾਵੈ। ਕਿ ਉਸ ਥਾਂ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਜਗਤ ਦਾ ਗੁਰੂ ਹੋ ਕਰਕੇ ਉੱਥੇ ਪ੍ਰਗਟ ਨੇ, ਲੋਕ ਸਾਰਾ ਜਗਤ ਉਹਨਾਂ ਨੂੰ ਗੁਰੂ ਕਰਕੇ ਪੂਜਦੇ ਨੇ, ਸਨਮਾਨ ਕਰਦੇ ਹਨ। ਕਹਿ ਲੋਕਨ ਕੋ ਸੋ ਬਿਗਰਾਵੈ। ਕਿ ਉਸ ਤਰੀਕੇ ਦੇ ਨਾਲ ਲੋਕਾਂ ਨੂੰ ਕਹਿ ਕੇ ਉਹਨਾਂ ਵਿਗਾੜ ਪੈਦਾ ਕੀਤਾ। ਗੁਰੂ ਨਾਨਕ ਦਾ ਘਰ ਸੱਚ ਦੇ ਰਾਹ ਤੇ ਤੁਰਨਾ ਸਿਖਾਉਂਦਾ ਹੈ, ਪਰ ਜਿਹੜੇ ਸੱਚ ਦੇ ਰਾਹ ਤੋਂ ਥਿੜਕੇ ਹੋਏ ਨੇ ਉਹਨਾਂ ਲੋਕਾਂ ਨੂੰ ਇਸ ਘਰ ਦੀ ਵਡਿਆਈ ਸਮਝ ਵਿੱਚ ਨਹੀਂ ਆ ਸਕਦੀ। ਹੁਣ ਇਸ ਢੰਗ ਦੇ ਨਾਲ ਕੰਨ ਭਰਦਾ ਹੈ ਸੁਲਹੀ ਖਾਂ ਬਾਦਸ਼ਾਹ ਜਹਾਂਗੀਰ ਦੇ। ਦੇਸ਼ ਮਾਮਲਾ ਦੇਤ ਬਿਗਾਰੇ। ਕਿ ਲੋਕ ਜਿਹੜੇ ਪੰਜਾਬ ਦੀ ਧਰਤੀ ਤੇ ਪੰਜਾਬ ਦੇਸ਼ ਦੇ ਪਹਿਲਾਂ ਕਰ ਮਾਮਲਾ ਦਿਆ ਕਰਦੇ ਸੀ, ਟੈਕਸ ਦਿਆ ਕਰਦੇ ਹੁੰਦੇ ਸਨ, ਪਰ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪ੍ਰਭਾਵ ਦੇ ਵਿੱਚ ਆ ਕਰਕੇ ਇਸ ਤਰ੍ਹਾਂ ਇਹ ਝੂਠੀਆਂ ਵਿਉਂਤਾਂ ਬਣਾ ਕੇ ਹੁਣ ਦੱਸ ਰਿਹਾ ਹੈ ਕੰਨ ਭਰਨ ਦੇ ਵਾਸਤੇ। ਜੋ ਵੀ ਸੱਚ ਝੂਠ ਬੋਲਿਆ ਜਾਂਦਾ ਹੈ ਉਹ ਬੋਲ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਪ੍ਰਭਾਵ ਦੇ ਵਿੱਚ ਆਖ ਕਰਕੇ ਇਹ ਲੋਕ ਟੈਕਸ ਮਾਮਲਾ ਨਹੀਂ ਦਿੰਦੇ। ਅਸਲ ਵਿੱਚ ਇਹਦੇ ਵਿੱਚ ਇੱਕ ਹੋਰ ਵੀ ਕਾਰਨ ਸੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਦਸਵੰਧ ਦੀ ਇੱਕ ਮਰਿਆਦਾ ਕਾਇਮ ਕੀਤੀ ਸੀ ਕਿ ਸਿੱਖ, ਜਿਵੇਂ ਗੁਰੂ ਨਾਨਕ ਸਾਹਿਬ ਦੇ ਮੁੱਖ ਉਪਦੇਸ਼ਾਂ ਵਿੱਚ ਆਪਾਂ ਪੜ੍ਹਦੇ ਹਾਂ, ਘਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ, ਕਿ ਜਿਹੜਾ ਸਿੱਖ ਹੈ ਕਿਰਤ ਕਰੇ ਨਾਮ ਜਪੇ ਤੇ ਵੰਡ ਕੇ ਛਕੇ। ਜਿੱਥੇ ਵੰਡ ਕੇ ਛਕਣ ਦੀ ਗੱਲ ਸਿੱਖੀ ਨੂੰ ਗੁਰੂ ਨਾਨਕ ਨੇ ਸਿਖਾਈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਸੇ ਸੰਗਤ ਪੰਗਤ ਦੇ ਰੂਪ ਨੂੰ ਅੱਗੇ ਵਧਾਇਆ। 22 ਮੰਜੀਆਂ ਰਾਹੀਂ ਪ੍ਰਚਾਰ ਦੀਆਂ ਜ਼ਿੰਮੇਦਾਰੀਆਂ ਗੁਰੂ ਅਮਰਦਾਸ ਪਾਤਸ਼ਾਹ ਨੇ ਰਹਿਮਤ ਕਰਕੇ ਕੀਤੀਆਂ, ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਜਦੋਂ 52 ਕਿੱਤਿਆਂ ਦੇ ਲੋਕ, 52 ਕਾਰੋਬਾਰਾਂ ਵਾਲੇ ਲੋਕ ਸ਼੍ਰੀ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਲਿਆ ਕੇ ਵਸਾਏ, ਤੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਦੇਸ਼ ਵਿਦੇਸ਼ ਦੀ ਸੰਗਤ, ਕਿਉਂਕਿ ਸਾਂਝੇ ਹੋ ਕਰਕੇ ਜਦੋਂ ਮਾਇਆ ਇੱਕ ਥਾਂ ਇਕੱਠੀ ਹੁੰਦੀ ਆ ਤੇ ਬੜੇ ਕਾਰਜ ਜਿਹੜੇ ਰਲ ਕੇ ਕੀਤੇ ਜਾ ਸਕਦੇ, ਇਸ ਕਰਕੇ ਦਸਵੰਧ ਦੀ ਮਰਿਆਦਾ ਕਾਇਮ ਕੀਤੀ ਸੀ ਕਿ ਆਪਣੀ ਨੇਕ ਧਰਮ ਦੀ ਕਮਾਈ ਵਿੱਚੋਂ ਸਿੱਖ ਦਸਵੰਧ ਕੱਢੇ। ਤੇ ਫਿਰ ਮਸੰਦਾਂ ਦੀ ਪ੍ਰਥਾ ਆਰੰਭ ਕੀਤੀ ਸੀ, ਜਿਹੜੇ ਵੱਖ-ਵੱਖ ਥਾਵਾਂ ਤੇ ਸਿੱਖੀ ਪ੍ਰਚਾਰ ਵੀ ਕਰਦੇ ਤੇ ਕਾਰ ਭੇਟਾ ਲਿਆ ਕੇ ਗੁਰੂ ਚਰਨਾਂ ਵਿੱਚ ਭੇਟ ਕਰਦੇ। ਇਸ ਤਰ੍ਹਾਂ ਇਹ ਗੁਰੂ ਨਗਰੀ ਦੇ ਮਹਾਨ ਕਾਰਜ ਜਿਹੜੇ ਸਨ ਸਿਰੇ ਚੜੇ ਸਨ। ਸੋ ਉਹਨਾਂ ਸਮਿਆਂ ਵਿੱਚ ਹਕੂਮਤ ਦੀਆਂ ਖਬਰਾਂ ਸੀ ਕਿ ਗੁਰੂ ਘਰ ਤੇ ਲੋਕ ਖੁਸ਼ੀ ਨਾਲ ਕਾਰ ਭੇਟਾ ਭਾਵ ਦਸਵੰਧ ਮਾਇਆ ਵੱਧ ਵੀ ਦਸਵੰਧ ਤੋਂ ਵੀ ਵੱਧ ਤੋਂ ਵੱਧ ਭੇਟ ਕਰਦੇ ਸੀ, ਚਾਵਾਂ ਨਾਲ, ਖੁਸ਼ੀ ਨਾਲ। ਪਰ ਹਕੂਮਤ ਨੂੰ ਆਪਣਾ ਟੈਕਸ ਲੈਣ ਵਾਸਤੇ ਬੜੇ ਹੀਲੇ ਵਸੀਲੇ ਕਰਨੇ ਪੈਂਦੇ। ਹਕੂਮਤ ਨੂੰ ਦੇਣ ਲੱਗਿਆਂ ਲੋਕ ਬੜੇ ਦੁਖੀ ਹੁੰਦੇ। ਗੁਰੂ ਘਰ ਆਪਣੀ ਖੁਸ਼ੀ ਨਾਲ ਭੇਟਾ ਕਰਦੇ ਸਨ, ਇਸ ਦੂਸਰੇ ਪਾਸੇ ਹਕੂਮਤ ਉਹਨੂੰ ਜਬਰਨ ਟੈਕਸ ਵਸੂਲਣਾ ਪੈਂਦਾ ਸੀ। ਇਸ ਤਰੀਕੇ ਦੇ ਨਾਲ ਇਹ ਖਬਰਾਂ ਬਣਾ ਕਰਕੇ ਸੁਲਹੀ ਖਾਨ ਦੇ ਵੱਲੋਂ
ਕਿ ਉਹ ਮਾਮਲਾ ਨਹੀਂ ਦਿੰਦੇ ਹਨ। ਗੁਰੂ ਅਰਜਨ ਸਾਹਿਬ ਨੇ ਉਹਨਾਂ 'ਚ ਵਿਗਾੜ ਪੈਦਾ ਕਰ ਦਿੱਤਾ ਹੈ। ਨਰ ਹਜ਼ਾਰ ਹੀ ਤਿਸ ਅਨੁਸਾਰੇ, ਲੱਖਾਂ ਹਜ਼ਾਰਾਂ ਲੋਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਆਗਿਆ ਦੇ ਵਿੱਚ, ਉਹਨਾਂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ। ਬਿਗੜਿਓ ਸਰਬ ਜਾਏ ਸੁਧਰਾਹੂੰ। ਇਹ ਬਾਦਸ਼ਾਹ, ਜੇ ਮੈਨੂੰ ਤੁਸੀਂ ਹੁਕਮ ਦੇ ਦਿਓ ਤੇ ਮੈਂ ਦਿੱਲੀ ਤੋਂ ਫੌਜ ਲੈ ਕੇ ਜਾਵਾਂ ਤੇ ਪੰਜਾਬ ਦੇਸ਼ ਦੇ ਵਿੱਚ ਖਾਸ ਕਰਕੇ ਮਾਝੇ ਦੇ ਇਲਾਕੇ ਵਿੱਚ ਜਾ ਕਰਕੇ ਇਹ ਜਿਹੜਾ ਵਿਗਾੜ ਪੈਦਾ ਹੋਇਆ ਹੈ ਉਹਨੂੰ ਹੱਲ ਕਰ ਸਕਾਂ, ਉਸ ਥਾਂ ਤੇ ਸਾਰੇ ਕੰਮ ਕਰ ਸਕਾਂ। ਦੇ ਕਰ ਜੋਰ ਆਪ ਮੈਂ ਲਿਆਉਂ। ਤੇ ਮੈਂ ਤਾਕਤ ਦੇ ਨਾਲ, ਬਲ ਦੇ ਨਾਲ ਜਿਹੜਾ ਬਣਦਾ ਕਰ ਮਾਮਲਾ ਟੈਕਸ ਹੈ ਉਹ ਮੈਂ ਲੈ ਕਰਕੇ ਆਵਾਂ। ਮੋਹ ਬਿਨ ਗਏ ਦਰਬ ਨ ਆਵੈ। ਇਹ ਬਾਦਸ਼ਾਹ ਸਲਾਮਤ। ਇਹ ਸੁਲੀ ਖਾਂ ਫਿਰ ਫਰਿਆਦ ਕਰਦਾ ਹੈ ਕਿ ਮੇਰੇ ਫੌਜ ਲੈ ਕੇ ਜਾਣ ਤੋਂ ਬਗੈਰ ਇਹ ਲੋਕਾਂ ਤੋਂ ਟੈਕਸ ਨਹੀਂ ਇਕੱਠਾ ਹੋ ਸਕਦਾ। ਇਹ ਜਿਹੜਾ ਕਰ ਮਾਮਲਾ ਹੈ, ਧਨ ਹੈ, ਇਹ ਇਕੱਠਾ ਨਹੀਂ ਹੋ ਸਕਦਾ, ਕੋਈ ਲਿਆ ਨਹੀਂ ਸਕਦਾ ਹੈ। ਅਪਰ ਨ ਬੁੱਧ ਬਲ ਕਰ ਕੋ ਲਿਆਵੈ। ਹੋਰ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ, ਕੋਈ ਤਾਕਤ ਕਰਕੇ, ਸਿਆਣਪ ਕਰਕੇ ਮੇਰੇ ਵਰਗਾ ਨਹੀਂ ਹੈ ਕਿ ਜਿਹੜਾ ਇਹ ਕੰਮ ਕਰ ਸਕੇ। ਇਸ ਕਰਕੇ ਇਹ ਕੰਮ ਮੈਂ ਹੀ ਕਰ ਸਕਦਾ ਹਾਂ। ਸੁਨਤ ਸ਼ਾਉਕੀਨ ਫਰਮਾਨ। ਇਸ ਤਰ੍ਹਾਂ ਸੁਲੀ ਖਾਨ ਦੀ ਸਾਰੀ ਗੱਲਬਾਤ ਜਦੋਂ ਸੁਣੀ ਹੈ ਬਾਦਸ਼ਾਹ ਜਹਾਂਗੀਰ ਨੇ, ਉਹਨੇ ਅੱਗੋਂ ਇਹ ਗੱਲ ਹੁਕਮ ਦਿੱਤਾ, ਜਾਏ ਕਰੋ ਤਨ ਕਾਜ ਮਹਾਨ। ਕਿ ਜਾਓ, ਜਾ ਕਰਕੇ ਜਿਹੜਾ ਧਨ ਹੈ, ਮਾਮਲਾ ਹੈ, ਲੋਕਾਂ ਦੇ ਵਿੱਚੋਂ ਇਕੱਠਾ ਕਰਨਾ ਕਰੋ। ਦੂਰ ਨਹੀਂ ਹਟ ਕਰ ਇਤ ਆਵੋ। ਤੇ ਤੁਰੰਤ ਜਾ ਕਰਕੇ ਸਾਰਾ ਮਾਮਲਾ ਜਿਹੜਾ ਹਕੂਮਤ ਦਾ ਬਣਦਾ ਹੈ ਪੰਜਾਬ ਦੇ ਵਿੱਚੋਂ ਉਹ ਇਕੱਠਾ ਕਰਕੇ ਲੈ ਕੇ ਆਉਣਾ ਕਰੋ। ਸੈਨ ਸੰਗ ਲੈ ਕਰ ਚੜ ਜਾਵੋ। ਫੌਜ ਲੈ ਕੇ ਜਾਓ, ਛੇਤੀ ਜਾ ਕੇ ਪਹੁੰਚੋ, ਆਪਣਾ ਮਾਮਲਾ ਜਿਹੜਾ ਹੈ ਉਹ ਲੈ ਕਰਕੇ ਆਉਣਾ ਕਰੋ। ਸੁਲੀ ਲਈ ਸ਼ਾਹੂ ਕੀ ਆਇਸ। ਇਸ ਤਰ੍ਹਾਂ ਬਾਦਸ਼ਾਹ ਦੇ ਕੰਨ ਭਰੇ ਪਹਿਲਾਂ ਜਾ ਕੇ ਸੁਲੀ ਖਾਨ ਵੱਲੋਂ, ਤੇ ਉਹਦੇ ਤੋਂ ਆਗਿਆ ਲੈ ਕਰਕੇ ਫਿਰ ਫੌਜ ਲੈ ਕੇ ਚੜ੍ਹਨ ਵਾਸਤੇ ਤਿਆਰੀ ਕਰ ਲਈ ਹੈ ਸਾਰੀ ਸੁਲੀ ਖਾਨ ਨੇ। ਹਰਖਤ ਔਰ ਨਿਜ ਘਰ ਕੋ ਆਇਸ। ਬੜੀ ਖੁਸ਼ੀ ਨਾਲ ਕਿ ਹੁਣ ਤੇ ਬਾਦਸ਼ਾਹ ਨੇ ਵੀ ਆਗਿਆ ਦੇ ਦਿੱਤੀ ਹੈ, ਫਿਰ ਆਪਣੇ ਘਰ ਦੇ ਵਿੱਚ ਬੜੀ ਖੁਸ਼ੀ ਨਾਲ ਪਹੁੰਚਿਆ। ਕਰ ਵਿਚਾਰ ਚੰਦੂ ਢਿੱਗ ਗਇਓ। ਫਿਰ ਨਾਲ ਕਿਤੇ ਬਾਅਦ ਚ ਨਾ ਕੋਈ ਮੇਰੀ ਗੱਲ ਨੂੰ ਝੂਠ ਪਾ ਦੇਵੇ, ਕਿਸੇ ਤਰੀਕੇ ਨਾਲ ਬਾਦਸ਼ਾਹ ਨੂੰ ਕੋਈ ਸੱਚ ਨਾ ਦੱਸ ਦੇ ਕਿ ਮੈਂ ਬਹੁਤੀਆਂ ਗੱਲਾਂ ਤੇ ਝੂਠ ਹੀ ਬੋਲ ਕੇ ਆਇਆ। ਇਸ ਕਰਕੇ ਸਲਾਹ ਕਰਨ ਵਾਸਤੇ ਚੰਦੂ ਪਾਪੀ ਦੇ ਕੋਲ ਚਲਿਆ ਗਿਆ। ਮਿਲ ਸਲਾਮ ਕਰ ਬੈਠਤ ਭਇਓ। ਤੇ ਚੰਦੂ ਦੇ ਕੋਲ ਜਾ ਕੇ ਦੁਆ ਸਲਾਮ ਕਰਕੇ ਉਹਦੇ ਕੋਲ ਬੈਠ ਕੇ ਸਾਰੀ ਗੱਲਬਾਤ ਸੁਲੀ ਖਾਂ ਅੱਗੋਂ ਇਸ ਤਰ੍ਹਾਂ ਕਰਦਾ ਹੈ। ਸੁਨੋ ਦੀਵਾਨ ਬਾਕਸ ਮੋਰਾ। ਤੇ ਬੜੇ ਨਿਮਰਤਾ ਦੇ ਵਿੱਚ ਕਹਿੰਦਾ ਹੈ ਅੱਗੋਂ ਸੁਲੀ ਖਾਂ, ਹੇ ਦੀਵਾਨ ਜੀ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਜੀ। ਇੱਕ ਕਾਜ ਭਾ ਮਮ ਅਰ ਤੋਰਾ। ਕਿ ਤੇਰਾ ਤੇ ਮੇਰਾ ਕੰਮ ਇੱਕੋ ਹੀ ਹੈ, ਤੇਰਾ ਮੇਰਾ ਕੋਈ ਵੱਖਰਾ ਕੰਮ ਨਹੀਂ। ਜਿਹੜਾ ਕੰਮ ਤੂੰ ਕਰਨਾ ਚਾਹੁੰਦਾ ਸੀ ਸਮਝ ਲੈ ਤੇਰਾ ਹੀ ਕੰਮ ਮੈਂ ਕਰਨ ਲੱਗਾ ਹਾਂ। ਜਿਨੇ ਹਟਾਵਨ ਕੀਨ ਸੁਨਾਤਾ। ਜਿਨ੍ਹਾਂ ਨੇ ਤੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਹੈ। ਗੁਰੂ ਅਰਜਨ ਸਾਹਿਬ ਉਹਨਾਂ ਦੇ ਬਾਰੇ ਵਿੱਚ ਸੋ ਮੇਰੋ ਬੈਰੀ ਬਖਿਆਤਾ। ਇਹ ਜਾਣ ਲੈ ਕਿ ਜੇ ਉਹ ਤੇਰੇ ਵੈਰੀ ਨੇ ਤੇ ਮੇਰੇ ਵੀ ਉਹ ਸਮਝ ਲਾ ਵੈਰੀ ਹੀ ਹਨ। ਮੈਂ ਅਬ ਜਾਤ ਗਹੂੰ ਕੈ ਮਾਰੋਂ। ਮੈਂ ਹੁਣ ਜਾ ਕਰਕੇ ਉਹਨੂੰ ਪਕੜ ਲਵਾਂਗਾ, ਪਕੜ ਕਰਕੇ ਫਿਰ ਮੈਂ ਖਤਮ ਕਰਾਂਗਾ। ਨਹੀਂ ਕੁਸ਼ਲ ਜੋ ਤਿਆਗ ਸਿਧਾਰੋਂ। ਕਹਿੰਦੇ ਇਸ ਤਰੀਕੇ ਨਾਲ ਹੁਣ ਉਹਨੂੰ ਖੁਸ਼ੀਆਂ ਨਾਲ ਨਹੀਂ ਰਹਿਣ ਦਿਆਂਗਾ, ਸੁੱਖ ਨਾਲ ਛੱਡ ਕੇ ਨਹੀਂ ਆਵਾਂਗਾ। ਹੁਣ ਮੈਂ ਇਸ ਤਰੀਕੇ ਨਾਲ ਪਕੜ ਕੇ ਖਤਮ ਹੀ ਕਰਾਂਗਾ। ਸਾਉ ਸਮੀਪ ਸਿਹਾਇਕ ਰਹੀ। ਤੇ ਤੂੰ ਤੇ ਰੋਜ਼ ਦਰਬਾਰ ਦੇ ਵਿੱਚ ਤੇਰਾ ਆਉਣਾ ਜਾਣਾ ਹੈ। ਚੰਦੂ ਪਾਪੀ ਦੇ ਨਾਲ ਇਦਾਂ ਸੁਲੀ ਖਾਂ ਅੱਗੋਂ ਆਖਦਾ ਹੈ ਕਿ ਤੇਰਾ ਆਉਣਾ ਜਾਣਾ ਰੋਜ਼ ਬਾਦਸ਼ਾਹ ਦੇ ਨਾਲ ਬਣਿਆ ਹੀ ਰਹਿੰਦਾ ਹੈ। ਇਸਕੇ ਦੇਸ਼ ਮੋਰ ਗੁਣ ਕਹੀਆ ਹੈ। ਤੇ ਹੁਣ ਜਾ ਕੇ ਤੂੰ ਇੱਕ ਕੰਮ ਕਰਨਾ ਹੈ, ਜਦੋਂ ਬਾਦਸ਼ਾਹ ਕੋਲ ਜਾਵੇਂ ਗੁਰੂ ਅਰਜਨ ਸਾਹਿਬ ਦੇ ਗੁਰੂ ਘਰ ਦੀਆਂ ਜਿਹੜੀਆਂ ਕਮੀਆਂ ਲੱਭ ਕੇ ਉਹਨੂੰ ਦੱਸਣੀਆਂ, ਉਸ ਘਰ ਦੇ ਦੋਸ਼ ਤੇ ਮੋਰ ਗੁਣ ਕਹੀਏ ਮੇਰੇ ਗੁਣਾਂ ਦੀ ਗੱਲ ਕਰ, ਮੇਰੀਆਂ ਤੂੰ ਸਿਫਤਾਂ ਕਰਿਆ ਕਰਨੀਆਂ ਬਾਦਸ਼ਾਹ ਦੇ ਕੋਲ ਜਾ ਕੇ, ਤੇ ਗੁਰੂ ਘਰ ਦੇ ਖਿਲਾਫ ਚੁਗਲੀਆਂ ਕਰ ਕਰਕੇ ਬਾਦਸ਼ਾਹ ਨੂੰ ਭੜਕਾਉਂਦੇ ਰਹਿਣਾ ਹੈ ਤਾਂ ਕਿ ਬਾਦਸ਼ਾਹ ਨੂੰ ਮੇਰੀ ਕਹੀ ਹੋਈ ਗੱਲ ਤੇ ਯਕੀਨ ਬਣਿਆ ਰਹੇ। ਤੋਹੇ ਬੈਰ ਕੋ ਲੈ ਕਰ ਆਊਂ। ਕਹਿੰਦੇ ਤੇਰਾ ਜਿਹੜਾ ਵੈਰ ਹੈ ਨਾ, ਕਹਿੰਦੇ ਸੱਚ ਇਹ ਚੇਤੇ ਰੱਖੀ, ਮੈਂ ਤੇਰਾ ਬਦਲਾ ਮੈਂ ਲੈ ਕੇ ਆਵਾਂਗਾ। ਤੋ ਮੈਂ ਸੁਲਹੀ ਨਾਮ ਕਹਾਊਂ। ਤੇਰਾ ਵੈਰ ਮੈਂ ਪੁਗਾ ਕੇ ਆਉਂਗਾ। ਹੇ ਚੰਦੂ, ਤੇ ਤਾਂ ਹੀ ਮੈਨੂੰ ਲੋਕ ਸੁਲੀ ਆਖਦੇ ਨੇ, ਮੈਨੂੰ ਸੁਲੀ ਨਾ ਆਖਿਓ ਜੇ ਮੈਂ ਕੰਮ ਨਾ ਕਰਾਂ। ਮਾਝੇ ਦੇਸ਼ ਵਿਖੈ ਮਮ ਫੇਰਾ। ਇਸ ਕਰਕੇ ਮੈਂ ਮਾਝੇ ਦੀ ਧਰਤੀ
ਤੇ ਇਹ ਹਮਲਾ ਕਰਨ ਵਾਸਤੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਫੌਜ ਲੈ ਕੇ ਚੱਲਿਆ ਹਾਂ। ਤੈ ਕਿਆ ਕਾਜ ਕਰਉ ਨਹਿ ਤੇਰਾ। ਤੇ ਜਦੋਂ ਚੱਲਿਆ ਹਾਂ ਮਾਝੇ ਤੇ ਫਿਰ ਤੇਰਾ ਇਹ ਕੰਮ ਭਲਾ ਮੈਂ ਕਿਉਂ ਨਾ ਕਰਾਂਗਾ। ਤੇਰਾ ਵੀ ਕੰਮ ਨਾਲੋਂ ਨਾਲ ਹੋਏਗਾ। ਤੂੰ ਗੁਰੂ ਅਰਜਨ ਸਾਹਿਬ ਨੂੰ ਇਸ ਤਰ੍ਹਾਂ ਪਕੜਨਾ ਚਾਹੁੰਦਾ ਹੈ, ਖਤਮ ਕਰਨਾ ਚਾਹੁੰਦਾ ਹੈ, ਮੈਂ ਤੇਰਾ ਕੰਮ ਕਰਕੇ ਆਵਾਂਗਾ। ਨਾਤਾ ਫਿਰਿਓ ਮੋਹਿ ਦੁਖ ਲਾਗਾ। ਕਿ ਇਸ ਤਰੀਕੇ ਨਾਲ ਤੇਰੀ ਲੜਕੀ ਦਾ ਰਿਸ਼ਤਾ ਟੁੱਟਿਆ ਹੈ। ਮੈਨੂੰ ਇਸ ਗੱਲ ਨੂੰ ਸੁਣ ਕੇ ਬੜਾ ਦੁੱਖ ਲੱਗਾ ਹੈ। ਗਹੁ ਜਾਏ ਕਰ ਜੀ ਨਹਿ ਭਾਗਾ। ਜੇ ਉਹ ਨਗਰ ਛੱਡ ਕੇ ਨਾ ਗਿਆ ਤੇ ਮੈਂ ਜਾ ਕੇ ਜ਼ਰੂਰ ਪਕੜ ਲਵਾਂਗਾ। ਸੁਣ ਚੰਦੂ ਹਰਖਿਓ ਸੁਖ ਭਇਓ। ਸਾਰੀ ਗੱਲ ਸੁਣ ਕੇ ਚੰਦੂ ਬੜਾ ਖੁਸ਼ ਹੁੰਦਾ ਹੈ। ਬਿਨਹੀ ਜਤਨ ਛਤਰ ਮਰ ਗਇਓ। ਉਹ ਸੋਚਦਾ ਮੈਂ ਤੇ ਕੋਈ ਯਤਨ ਨਹੀਂ ਕੀਤਾ ਤੇ ਮੇਰੇ ਦੁਸ਼ਮਣ ਦਾ ਨੁਕਸਾਨ ਹੋ ਗਿਆ। ਇਸ ਤਰ੍ਹਾਂ ਚੰਦੂ ਦੇ ਨਾਲ ਸਲਾਹ ਕਰਕੇ ਬਾਬੇ ਪ੍ਰਿਥੀ ਚੰਦ ਕੋਲ ਕਿਵੇਂ ਇਹ ਸੁਲੀ ਖਾਂ ਪਾਪੀ ਪਹੁੰਚਦਾ ਹੈ। ਇਧਰ ਸੰਗਤਾਂ ਤੇ ਮਸੰਦ ਜਿਵੇਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਅੱਗੋਂ ਕਹਿੰਦੇ ਆ। ਜਿਵੇਂ ਵੱਖਰੀਆਂ ਵੱਖਰੀਆਂ ਸਲਾਹਾਂ ਆਈਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਭਰੋਸਾ ਰੱਖ ਕੇ ਇਹ ਗੱਲ ਸਮਝਾਈ ਸੀ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਰੱਬੀ ਭਰੋਸੇ ਵਿੱਚ ਰਹਿਣਾ ਸਿਖਾਉਂਦੇ ਹੈ। ਕਿਵੇਂ ਸੁਲੀ ਖਾਂ ਦਾ ਹਮਲਾ ਤੇ ਉਸ ਪਾਪੀ ਦਾ ਅੰਤ ਹੁੰਦਾ ਹੈ। ਇਹ ਪ੍ਰਸੰਗ ਆਪਾਂ ਅਗਲਿਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਨਾਲ ਦਾਸ ਖਿਮਾ ਦਾ ਜਾਚਕ ਹੈ, ਭੁੱਲ ਚੁੱਕ ਦੀ ਖਿਮਾ। ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ। ਸਤਿਗੁਰੂ ਸਭ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਜੀ। ਨਾਤਾ ਫਿਰਿਓ ਮੋਹਿ ਦੁਖ ਲਾਗਾ। ਗਹੁ ਜਾਏ ਕਰ ਜੀ ਨਹਿ ਭਾਗਾ। ਸੁਨ ਚੰਦੂ ਹਰਖਿਓ ਸੁਖ ਭਇਓ। ਬਿਨਹੀ ਜਤਨ ਛਤਰ ਮਰ ਗਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਚੋਤ